ਇਹ ਕਹਿ ਦੇਣਾ ਚਾਹੀਦਾ ਕਿ ਵੀ ਮੈਂ ਇਲੈਕਸ਼ਨ 'ਚ ਤਾਂ ਜਾਊਂਗਾ ਭਾਈ ਵੀ ਜੇ ਮੈਂ ਇਹ ਗੱਲਾਂ ਦਾ ਫੈਸਲਾ ਕਰਕੇ ਜਾਊਂਗਾ, ਨਹੀਂ ਮੈਂ ਵੋਟ ਮੰਗਣ ਨਹੀਂ ਜਾਂਦਾ। ਸਾਡੇ ਕੋਲ ਤਾਂ ਇਹੀ ਹੁਣ ਆਖਰੀ ਇੱਕ ਮੈਂ ਸਮਝਦਾ ਗੱਲ ਰਹਿ ਗਈ ਆ। ਬਾਕੀ ਜਾਂ ਫਿਰ ਕਹਿ ਦਈਏ ਜਿਵੇਂ ਮੈਂ ਅੱਗੇ ਕਿਹਾ, ਜਾਂ ਕਹਿ ਦਈਏ ਵੀ ਬਾਦਲ ਤਾਂ ਭਾਈ ਲੋਕੋ ਤੁਹਾਨੂੰ ਗਲਤ ਫਹਿਮੀ ਆ, ਬਾਦਲ ਤਾਂ ਕਿਤੇ ਦੋਸ਼ੀ ਹੋਏ ਨਹੀਂਗੇ, ਬਾਦਲ ਤਾਂ ਸੱਚੇ ਸੁੱਚੇ ਆ। ਬਾਬੇ ਨੂੰ ਮਾਫ ਕਰਨਾ, ਬਾਬੇ ਦੇ ਬੰਦਿਆਂ ਨੇ ਕਿਹਾ। ਕੜੀ ਇੱਥੇ ਵੀ ਜੁੜਦੀ ਹੈ ਕਿ ਇਹ अपराध होया सी, ए गुनाह होया सी, ए लोग मारे गए, ए पुलिस के हत्थ होया सी, ए SIT बनी, ए SIT बनी, ए विधान सभा च होया। जस्टिस रंजीत सिंह दी रिपोर्ट आई, जस्टिस जोरा सिंह दी रिपोर्ट। फिर कितनी रिपोर्टां करनी ਆਪਾਂ ਹੋਰ ਇਕੱਠੀਆਂ, ਕਿੰਨੀ ਕਿੰਨੀ ਰੱਦੀ ਇਕੱਠੀ ਕਰਨੀ ਨਲਾਇਕੀ ਕੀ ਦੀ ਹੈ ਤੇ ਨਲਾਇਕੀ ਤਾਂ ਸਾਡੀ ਓ ਮੰਨੀ ਜਾਣੀ ਹੈ ਜੀ। ਸਰ ਜੇ ਅੱਜ ਤੁਸੀਂ 6 ਮਹੀਨੇ ਰਹਿ ਗਏ, ਅੱਜ ਤੁਸੀਂ ਜੇ ਕੁਝ ਕਰਕੇ ਵੀ ਜਿਸ ਤਰ੍ਹਾਂ ਬੈਬਲ ਰਿਹਾ, ਜਿਸ ਤਰ੍ਹਾਂ बाकी सारे मुद्दे रहे आप हमारे साथ जानते हैं, जे अज जोर ला के 6 महीने में थोड़ा सख्ती दिखा भी दी कि लोग विश्वास करेंगे आके स्पष्ट लोगों तो भी भाई आ गल आ कारण आ बंदे दोषी ने, कोर्ट इन्हां नूं सजा देवे कद देवे वो कोर्ट ते आ। पर मेरी सरकार दे फैक्ट फाइंड आ ने भाई ये ऑर्डर प्रकाश सिंह बादल ने ते सुखवीर सिंह बादल ने दिते सी भी ਅਸੀਂ ਇਸ ਦੋਸ਼ੀਆਂ ਨੂੰ ਫੜਾਂਗੇ। ਫਿਰ ਜੇ ਬਾਦਲ ਨਹੀਂ ਕਿ ਤਾਂ ਕਿਹੜੇ ਦੋਸ਼ੀ ਉਹਨਾਂ ਨੂੰ ਫੜ ਲਓ, ਕੋਈ ਤਾਂ ਕੁਛ ਤਾਂ ਲਿਆਉਣਾ ਪਊ ਕਿ ਨਹੀਂ, ਲੋਕਾਂ ਦੇ ਮੂਹਰੇ ਲਿਆਉਣਾ ਪਊ। ਤੁਸੀਂ ਬਤੌਰੇ ਸਿੱਖ ਬੋਲ ਰਹੇ ਹੋ ਜਾਂ ਬਤੌਰੇ ਕਾਂਗਰਸ ਪਾਰਟੀ ਦੇ ਵਰਕਰ ਬੋਲ ਰਹੇ ਹੋ? ਮੈਂ ਤਾਂ ਐਜ਼ ਇੱਕ ਪੰਜਾਬੀ ਸਿੱਖ ਹੋਣ ਨਾਤੇ ਬੋਲਿਆ ਜੀ। ਉਹ ਵੀ ਉਦੋਂ ਜਦੋਂ ਹੱਦਾਂ ਬੰਨੇ ਸਭ ਕੁਝ ਟੱਪ ਗਿਆ। ਅੱਜ SIT ਦੀ ਰਿਪੋਰਟ ਆ ਜਿਹੜੀ, ਯਾਰ ਕੀ SIT, ਕਿਹੜੀ SIT ਹੁੰਦੀਆਂ, ਮੈਨੂੰ ਇਹ ਸਮਝਾਓ। ਵੀ ਇਹ ਆਫੀਸਰ ਨੇ ਜਿਹੜੇ, ਇਹਨਾਂ 'ਚ ਤਾਕਤ ਨਹੀਂ ਗੀ, ਇਹਨਾਂ ਦੇ ਬਾਹਾਂ 'ਚ ਉਹ ਜਾਨ ਨਹੀਂ ਵੀ ਇਹ ਬਾਦਲਾਂ ਨੂੰ ਗੁੱਟ ਤੋਂ ਫੜ ਲਿਆਉਣ। ਉਹ ਅਫਸਰ ਅੱਜ ਪੰਜਾਬ 'ਚ ਬਹੁਤ ਔਖਾ ਹੈ ਉਹ ਲੱਭਣਾ। ਕੁੰਵਰ ਵਿਜੇ ਪ੍ਰਤਾਪ ਵੱਲੋਂ ਪੂਰੀ ਕੋਸ਼ਿਸ਼ ਤਾਂ ਕੀਤੀ, ਜੋ ਉਹਨਾਂ ਨੇ ਚਾਰਜ ਸ਼ੀਟ ਫਾਈਲ ਕੀਤੀ ਉਹਦੇ ਵਿੱਚ ਉਹਨਾਂ ਨੇ ਵਿਜੇ ਕੁੰਵਰ ਪ੍ਰਤਾਪ ਦੇ ਉੱਤੇ ਵੀ ਤਾਂ ਬੈਠੇ ਆ, ਥੱਲੇ ਵੀ ਬੈਠੇ, ਉੱਤੇ ਵੀ ਬੈਠੇ। ਇਕੱਲਾ ਬੰਦਾ ਕੀ ਕਰ ਲੂ ਉਰੇ ਸਿਸਟਮ 'ਚ। ਅੱਜ ਨਵਜੋਤ ਸਿੰਘ ਸਿੱਧੂ ਨੇ ਵੀ ਇਸੇ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਵੀ ਕਿਹਾ ਸਿਸਟਮ ਦੀ ਗੱਲ ਹੈ, ਨੀਅਤ ਦੀ ਗੱਲ ਹੈ। ਮੈਨੂੰ ਦਿਖਾ ਦੇਣ ਵੀ ਉਸ ਕੈਬਨਿਟ ਦੇ ਵਿੱਚ ਬਹਿ ਕੇ 2.5 ਸਾਲ ਜਦੋਂ ਪਹਿਲੀ ਨਾਲ ਦੀ ਕੁਰਸੀ ਹੁੰਦੀ ਸੀ, ਇੱਕ ਪਾਸੇ ਉਹਨਾਂ ਦੀ ਕੁਰਸੀ, ਕਿੰਨੀ ਵਾਰ ਉਹਨਾਂ ਨੇ ਕੈਬਨਿਟ ਦੇ ਵਿੱਚ ਇਹ ਮੁੱਦਾ ਉਠਾਇਆ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ। ਔਂਜ ਤਾਂ ਰਿਕਾਰਡ ਆ। ਲੋਕ ਤਾਂ ਇਹ ਕਹਿਣਗੇ ਨਾ ਕਿ ਸਭ ਜਾਣਦੇ ਹੋਏ ਅਣਜਾਣ ਨੂੰ ਕਿ ਨਹੀਂ, ਫਿਰ ਇਹ ਲੋਕ ਠੀਕ ਕਹਿਣਗੇ। ਇਹ ਤਾਂ ਫਿਰ ਲੋਕ ਹੁਣ ਕਹਿ ਹੀ ਰਹੇ ਆ, ਹੋਰ ਕੀ ਆ। ਮੈਨੂੰ ਇਹ ਕਹਿਣ 'ਚ ਕੀ ਲੋਕ ਤਾਂ ਹੀ ਔਖੇ ਹੋ ਕੇ ਬੋਲੇ ਆ, ਲੋਕ ਤਾਂ ਕਹਿ ਰਹੇ ਨੇ, ਹੋਰ ਸਾਨੂੰ ਕੀ ਕਹਿ ਰਹੇ ਆ। ਕੈਪਟਨ ਅਮਰਿੰਦਰ ਵਾਰ-ਵਾਰ ਕਹਿੰਦੇ ਰਹੇ ਨੇ ਕਿ ਮੈਂ ਬਾय द बुक ਚੱਲਾਂਗਾ, ਮੈਂ ਬਿਲਕੁਲ ਵੀ ਕਦਮ ਇਦਾਂ ਨਹੀਂ ਚੱਲਾਂਗਾ। ਔਰ ਤੁਸੀਂ ਕਹਿ ਰਹੇ ਹੋ ਕਿ ਉਹ ਬਾय द बुक ਤਾਂ ਚੱਲੀ ਜਾਓ, ਫਿਰ 5 ਸਾਲ ਨਿਕਲ ਜਾਣਗੇ। ਜਦੋਂ ਤੁਸੀਂ ਰੈਸਟ ਹਾਊਸਾਂ ਛੱਡ ਕੇ ਪੁੱਛ ਪੜਚਾਲ ਕਰਨੀ ਹੈ ਤੇ ਫਿਰ ਇਹੋ ਜਿਹੀ ਹੋਣੀ ਹੈ। AC ਲੱਗੇ ਆ, ਏਸੀਆਂ 'ਚ ਤੁਸੀਂ ਬੈਠੇ ਹੋ, ਚਾਹਾਂ ਸਰਵ ਹੋ ਰਹੀਆਂ, ਕਾਫੀਆਂ ਸਰਵ ਹੋ ਰਹੀਆਂ। ਉਹਦਾ ਕੀ ਆ? ਉਹ ਛੱਡੇ ਚੌਂਕੀ 'ਚ ਛੱਡਿਆ ਹੋਵੇ ਸੁਖਵੀਰ ਸਿੰਘ ਬਾਦਲ ਜਾਂ ਹੋਰ ਜਿਹੜੇ ਵੀ ਸੀਗੇ, ਚੌਂਕੀ 'ਚ ਜਾਣਾ ਪਵੇ 4 ਵਾਰ ਤੇ ਗੱਲਾਂ ਸੱਚ ਆਉਂਦੀਆਂ ਨਿਕਲਦੀਆਂ। ਜਦ ਉੱਥੇ ਨੂੰ ਕਿਹਾ ਹੋਵੇ ਮੁਨਸ਼ੀ ਨੂੰ ਪੁੱਛ, DM ਹਾਊਸ ਕਿਹੜੇ ਉਹ 3 ਜਥੇਦਾਰ ਸੀਗੇ ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ, ਇਹ ਤਾਂ ਔਨ ਰਿਕਾਰਡ ਆ, ਜਿਨ੍ਹਾਂ ਨੂੰ ਸੱਦਿਆ ਸੀ ਉਹਨਾਂ ਨੂੰ ਕਿਉਂ ਨਹੀਂ ਲੋਕਾਂ ਦੀ ਕਟਹਿਰੀ ਮੂਹਰੇ ਖੜਾ ਕਰਦੇ? ਕੋਰਟ ਤੋਂ ਪਹਿਲਾਂ ਸਰਕਾਰ ਕੋਲ ਤਾਕਤ ਹੁੰਦੀ ਆ, ਪੁਲਿਸ ਕੋਲ ਤਾਕਤ ਹੁੰਦੀ ਆ। ਉੱਥੇ ਜੇ ਗਲਤ ਹੋਵੋਗੇ ਤੁਸੀਂ, ਉਹ ਆਪਣਾ ਕੋਰਟ ਚਲੇ ਜਾਣਗੇ, ਕੋਰਟ ਕਹਿ ਦੋਗੇ ਵੀ ਨਹੀਂ ਜੀ ਇਹ ਤਾਂ ਕਸੂਰਵਾਰ ਹੈ ਹੀ ਨਹੀਂ ਸੀ। ਮੈਨੂੰ ਡਰ ਲੱਗਦਾ ਹੈ ਕਿ ਵੀ ਅੱਜ 6 ਮਹੀਨਿਆਂ ਨੂੰ ਕਾਂਗਰਸ ਦੇ ਜਦ ਲੋਕ ਵੋਟ ਮੰਗਣ ਜਾਣਗੇ, ਲੋਕ ਉਸੇ ਤਰ੍ਹਾਂ ਹਾਲ ਕਰਨਗੇ ਜਿਸ ਤਰ੍ਹਾਂ ਭਾਜਪਾ ਦਾ ਹਾਲ ਕੀਤਾ ਹੈ। ਨਹੀਂ ਚਲੋ, ਪਾਰਟੀਆਂ ਪਾਵਰ 'ਚ ਤਾਂ ਕਦੇ ਕੋਈ ਰਹਿੰਦੀਆਂ ਨਹੀਂ ਆ। ਪਾਰਟੀਆਂ ਤਾਂ ਇਹੀ ਪ੍ਰਕਾਸ਼ ਸਿੰਘ ਬਾਦਲ ਆ, ਐਂ ਲੋਕ ਭੇਜਦੇ ਰਹੇ, ਫਿਰ 5 ਸਾਲ ਬਾਅਦ ਬਣਾਉਣ ਦੇ 5 ਵਾਰ ਮੁੱਖ ਮੰਤਰੀ ਉਹਨਾਂ ਨੂੰ ਬਣਾਇਆ। ਪਰ ਤੁਸੀਂ 5 ਸਾਲ ਬਾਅਦ ਉਹੀ ਮੁੱਦੇ ਲੈ ਕੇ ਜਾਓਗੇ, ਉਹ ਸਭ ਤੋਂ ਉੱਤੇ ਬੈਬਲ ਹੋਏਗਾ। ਮੈਂ ਆਪਣੀ ਤੇ ਆ ਜਾਂਦਾ ਹੁਣ ਗੱਲ ਵੀ ਇਹ ਗੱਲਾਂ ਤਾਂ ਹੁਣ ਜਾਂ ਤਾਂ ਪ੍ਰਸ਼ਾਂਤ ਕਿਸ਼ੋਰ ਦੱਸੇਗਾ ਵੀ ਕਿਵੇਂ ਜਾਣਾ ਹੈ, ਸਾਨੂੰ ਤਾਂ ਹਜੇ ਸਮਝ ਨਹੀਂ ਆ ਰਹੀ ਕਿਵੇਂ ਜਾਣਾ ਹੈ। ਮਤਲਬ ਜੁਮਲਾਬਾਜ਼ੀ ਕਰਾਂਗੇ ਨਹੀਂ, ਬਿਕੋਜ਼ ਜੇ ਸਭ ਤੋਂ ਵੱਡਾ ਜੁਮਲਾ ਕੀਤਾ ਗਿਆ ਸੀ ਤਾਂ ਪ੍ਰਸ਼ਾਂਤ ਕਿਸ਼ੋਰ ਨਰਿੰਦਰ ਮੋਦੀ ਜੀ ਦੇ ਨਾਲ ਸੀਗੇ। ਜਿਹੜਾ 15 ਲੱਖ ਤੁਹਾਡੇ ਖਾਤੇ ਜਾਣਾ ਸੀਗਾ, ਉਹ ਜੁਮਲਾ ਪ੍ਰਸ਼ਾਂਤ ਕਿਸ਼ੋਰ ਦਾ ਬਣਾਇਆ ਹੋਇਆ ਹੈ। ਰਾਈਟ ਔਰ ਰੋਂਗ? ਬਿਲਕੁਲ ਮੈਂ ਸਹਿਮਤ ਹਾਂ ਤੁਹਾਡੇ ਨਾਲ। ਸੋ ਮਤਲਬ ਤੁਸੀਂ ਵੀ ਹੁਣ ਜੁਮਲੇ ਬਣਾ ਕੇ, ਕਾਂਗਰਸ ਸਰਕਾਰ ਵੀ ਹੁਣ ਜੁਮਲੇ ਬਣਾ ਕੇ ਪ੍ਰਸ਼ਾਂਤ ਕਿਸ਼ੋਰ ਦੇ ਸਿਰ ਤੇ ਵੋਟਾਂ ਲੈਣ ਜਾਏਗੀ। ਬਹੁਤ ਮੈਂ ਜਿਵੇਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਬਹੁਤ ਵੱਡਾ ਇਸ ਵੇਲੇ ਮੋਢਿਆਂ ਤੇ ਬਹੁਤ ਵੱਡਾ ਬੋਝ ਆਉਂਦਾ। ਜਿਸ
पल तो बैबल गोलीकांड ਦੀ SIT ਹਾਈ ਕੋਰਟ ਵੱਲੋਂ ਖਾਰਜ ਕੀਤੀ ਗਈ, ਉਸ ਪਲ ਤੋਂ ਪੂਰੇ ਪੰਜਾਬ ਦੇ ਦਿਲ ਨੂੰ ਸੱਟ ਲੱਗੀ ਹੋਈ ਹੈ। ਲੱਗਦਾ ਹੈ ਨਿਆਂ ਫਿਰ ਹੱਥੋਂ ਨਿਕਲ ਗਿਆ ਤੇ ਉਹ ਸੱਟ ਕਾਂਗਰਸ ਦੇ ਅੰਦਰੋਂ ਵੀ ਸੁਣਾਈ ਦੇ ਰਹੀ ਹੈਗੀ ਹੈ। ਅੱਜ ਸਾਡੇ ਨਾਲ ਲੁਧਿਆਣਾ ਦੇ MP ਲੀਡਰ ਆਫ ਆਪੋਜੀਸ਼ਨ ਕਾਂਗਰਸ ਪਾਰਟੀ ਦੇ ਲੋਕ ਸਭਾ ਵਿੱਚ ਰਵਨੀਤ ਬਿੱਟੂ ਜੀ ਜੁੜੇ ਹੋਏ ਹਨ। ਸਰ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਮੈਨੂੰ ਬੁਲਾਇਆ। ਐਂਡ ਸਰ, ਵਧਾਈਆਂ ਇੱਕ ਵਾਰੀ ਫਿਰ ਇੱਕ ਪੱਗ ਚਮਕਦੀ ਪਈ ਹੈਗੀ ਹੈ। ਇੱਕ ਵਾਰੀ ਦੇਸ਼ ਨੂੰ ਚਮਕਾਇਆ ਸੀ, ਅੱਜ ਵਿਰੋਧੀ ਧਿਰ ਨੂੰ ਚਮਕਾ ਰਹੀ ਹੈ। ਸੋ ਉਹ ਦੇਖ ਕੇ ਖੁਸ਼ੀ ਵੀ ਹੋਈ ਔਰ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਇੰਨੀ ਜ਼ਿੰਮੇਵਾਰੀ ਤੁਹਾਨੂੰ ਇਸ ਅਹੁਦੇ ਵਿੱਚ ਮਿਲੀ ਹੈਗੀ ਹੈ। ਨਹੀਂ, ਇਹ ਦੇਖੋ, ਇਹ ਗੱਲ ਤਾਂ ਮਾਣ ਤਾਂ ਹੁੰਦਾ ਹੀ ਆ ਜਦੋਂ ਉਸ ਪ੍ਰਾਈਮ ਮਿਨਿਸਟਰ ਜਿਹੜੇ ਬਹਿੰਦੇ ਆ ਉਹਦੇ ਸਾਹਮਣੇ ਇੱਕ ਪੱਗ ਵਾਲੇ ਨੂੰ ਮੌਕਾ ਮਿਲੇ ਬੈਠਣ ਦਾ। ਮੈਂ ਸਮਝਦਾ ਇਹ ਬਹੁਤ ਹੀ ਮਨ 'ਚ ਵੀ ਅਤੇ ਲੋਕਾਂ ਨੇ ਵੀ, ਮੈਂ ਸਮਝਦਾ ਜਿੰਨੇ ਵੀ ਪੰਜਾਬੀ ਸੀ ਉਹਨਾਂ ਦਾ ਬੜਾ ਮਾਣ ਨਾਲ ਸਿਰ ਉੱਚਾ ਹੋਇਆ। ਅਤੇ ਮੈਂ ਕੋਸ਼ਿਸ਼ ਵੀ ਕੀਤੀ ਵੀ ਪਾਰਲੀਮੈਂਟ 'ਚ ਜਦੋਂ ਮੈਨੂੰ ਮੌਕਾ ਮਿਲਿਆ ਅਤੇ 1 ਮਿੰਟ ਵੀ ਪਾਰਲੀਮੈਂਟ ਦਾ ਜਿਹੜਾ ਉਹ ਜਾਇਆ ਨਾ ਹੋਵੇ, ਵੇਸਟ ਨਾ ਹੋਵੇ, ਅਤੇ ਉਸ ਚੀਜ਼ 'ਚ ਕਾਮਯਾਬ ਵੀ ਹੋਏ ਆ। ਅਤੇ ਧੰਨਵਾਦ ਤੁਹਾਡਾ ਇਸ ਗੱਲ। ਸਰ, ਉਹ ਖਾਸ ਕਰਕੇ ਉਸ ਮੌਕੇ ਮਿਲੀ ਜਦ ਫਿਰ ਸਿੱਖਾਂ ਨੂੰ ਅੱਤਵਾਦੀ ਕਰਾਰ ਕੀਤਾ ਜਾ ਰਿਹਾ ਸੀ, ਕਿਉਂਕਿ ਉਹ ਕਿਸਾਨੀਆਂ ਦੀ ਲੜਾਈ, ਜਿਹੜੀ ਕਿਸਾਨੀ ਕਾਨੂੰਨ ਦੀ ਲੜਾਈ ਲੜ ਰਹੇ ਸੀਗੇ। ਸੋ ਉਸ ਮੌਕੇ ਖਾਸ ਕਰਕੇ ਜ਼ਰੂਰੀ ਸੀਗਾ ਕਿ ਉਹ ਚਿਹਰਾ ਅੱਤਵਾਦੀ ਨਾ ਹੋਏ, ਦਿਖੇ। ਔਰ ਤੁਸੀਂ ਉਹ ਕਮਾਨ ਵੀ ਬੜੀ ਸੋਹਣੀ ਤਰ੍ਹਾਂ ਸੰਭਾਲੀ ਹੈ ਅਤੇ ਸਾਡੇ ਦਰਸ਼ਕ ਵੀ ਜਾਣਦੇ ਨੇ, ਭਾਵੇਂ ਉਹਨੂੰ ਕਈ ਵਾਰੀ ਸਿਆਸੀ ਸਟੰਟ ਵੀ ਕਿਹਾ ਜਾਂਦਾ ਹੈ। ਔਰ ਅਸੀਂ ਜੋ ਦਿੱਲੀ ਜਾਂਦੇ ਰਹਿੰਦੇ ਅਸੀਂ ਦੇਖ ਰਹੇ ਹਾਂ ਤੁਸੀਂ ਜੰਤਰ ਮੰਤਰ 'ਤੇ, ਫੁੱਟਪਾਥ 'ਤੇ ਕਿਸਾਨਾਂ ਵਾਸਤੇ ਬੈਠੇ ਹੋਏ ਹੋ ਕਾਫੀ ਦੇਰ ਤੋਂ। ਸੋ ਇਹ ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰੀ ਹੋਏਗਾ ਕਿ ਇੰਨੇ ਮਹੀਨਿਆਂ ਤੋਂ MP ਔਰ ਨਾਲ ਤੁਹਾਡੇ 2-3 MLA, ਉੱਥੇ ਹੀ 2 MP 2 MLA ਬੈਠੇ ਹੋਏ ਨੇ ਫੁੱਟਪਾਥ 'ਤੇ। ਇਹ ਅਜੇ ਜਾਰੀ ਹੈਗਾ? ਦੇਖੋ ਨਿਮਰਤ, ਇਹ ਗੱਲ ਤਾਂ ਹੈ, ਜਦੋਂ ਅਸੀਂ ਸਿਆਸਤ ਨਾਲ ਜੁੜੇ ਹੋਏ ਹਾਂ ਅਤੇ ਸਿਆਸੀ ਸਾਡੇ ਦੁਸ਼ਮਣ ਵੀ ਨੇ। ਸਿਆਸੀ ਕਈ ਗੱਲਾਂ 'ਚ ਹਰ ਚੀਜ਼ 'ਚ ਬਿਆਨਬਾਜ਼ੀ ਹੈ ਜਿਹੜੀ ਅੱਜ ਕੱਲ੍ਹ ਉਹ ਮੂਹਰੇ ਆ ਜਾਂਦੀ ਹੈ, ਕਈ ਵਾਰ ਅਸਲੀ ਗੱਲਾਂ ਪਿੱਛੇ ਰਹਿ ਜਾਂਦੀਆਂ। ਤੁਸੀਂ ਆਪ ਦੇਖਿਆ ਗਏ ਹੋ, ਅਸੀਂ ਕਿਸੇ ਸਾਨੂੰ ਪਾਰਟੀ ਨੇ ਨਹੀਂ ਕਿਹਾ ਸੀ। ਅਸੀਂ 3 MPਆਂ ਨੇ, ਡਿੰਪਾ ਜੀ, ਔਜਲਾ ਸਾਹਿਬ ਅਤੇ ਜੀਰਾ ਸਾਡੇ MLA, ਅਤੇ 2 ਸਾਡੇ ਚੇਅਰਮੈਨ ਸੀ, ਲੱਕੀ ਜੀ ਅਤੇ ਇੱਕ ਭਿੰਡਰ ਸਾਹਿਬ ਨੇ, ਅਤੇ ਕੁਛ ਪਰਿਵਾਰਿਕ ਮੈਂਬਰ ਜਿਹੜੇ ਜੁੜੇ ਹੋਏ ਸੀ। ਉਹ ਅਸੀਂ ਫੈਸਲਾ, ਕਿਉਂਕਿ ਤੁਹਾਨੂੰ ਯਾਦ ਹੋਣਾ ਵਿੰਟਰ ਦੀ ਪਾਰਲੀਮੈਂਟ ਜਿਹੜਾ ਸੈਸ਼ਨ ਆ ਉਹ ਗਵਰਨਮੈਂਟ ਨੇ ਬਿਲਕੁਲ ਇਸ ਵਾਰ ਸੱਦਿਆ ਨਹੀਂ ਸੀ, ਕਿਉਂ? ਉਹਨਾਂ ਨੂੰ ਪਤਾ ਸੀ ਵੀ ਕਿਸਾਨ ਐਜੀਟੇਸ਼ਨ ਚੱਲ ਰਿਹਾ ਅਤੇ ਇਹਨੂੰ ਕਰੋਨਾ ਦੇ ਨਾਂ 'ਤੇ ਜਾਂ ਕਰਕੇ ਬਹਾਨਾ ਲਾ ਕੇ ਉਹ ਸੈਸ਼ਨ ਬੰਦ ਕਰਤਾ ਸੀ। ਅਸੀਂ ਇਹ ਡਿਮਾਂਡ ਲੈ ਕੇ ਉਦੋਂ ਹੀ ਬੈਠੇ। ਇਹਨਾਂ ਨਾਲੋਂ ਜਦੋਂ ਇਹ ਦਿੱਲੀ ਐਜੀਟੇਸ਼ਨ ਸ਼ੁਰੂ ਹੋਇਆ, ਕਿਸਾਨ ਐਜੀਟੇਸ਼ਨ, ਉਦੋਂ ਅਸੀਂ ਮੈਨੂੰ ਲੱਗਦਾ ਹਫ਼ਤਾ ਉਦੋਂ ਬਾਅਦ 'ਚ ਅਸੀਂ ਉੱਥੇ ਬਹਿ ਗਏ ਹਾਂ। ਚਲੋ, ਉਹ ਇਸ਼ੂ ਸੀ ਜਿਹੜਾ ਸਾਡਾ, ਉਹ ਤਾਂ ਉਹਨਾਂ ਨੇ ਨਹੀਂ ਮੰਨਿਆ ਉਦੋਂ, ਅਤੇ ਅਸੀਂ ਫਿਰ ਇਹ ਫੈਸਲਾ ਉਦੋਂ ਕਰ ਲਿਆ ਵੀ ਹੁਣ ਜਦੋਂ ਬੈਠੇ ਹਾਂ, ਚਾਹੇ ਬੈਠੇ ਅਸੀਂ ਪਾਰਲੀਮੈਂਟ ਸੈਸ਼ਨ ਲਈ ਸੀ, ਪਰ ਹੁਣ ਜਿੰਨਾ ਚਿਰ ਕਿਸਾਨ ਬੈਠੇ ਆ, ਜਿੱਦਣ ਇਹ ਜਿੱਤ ਕੇ ਵਾਪਸ ਜਾਣਗੇ ਉਦੋਂ ਅਗਲੇ ਦਿਨ ਅਸੀਂ ਇਹ ਆਪਣਾ ਧਰਨਾ ਜਿਹੜਾ ਸਮਾਪਤ ਕਰਾਂਗੇ। ਉਹਨਾਂ 'ਚ ਇਹ ਇਸੇ ਤਰੀਕੇ ਨਾਲ, ਚਾਹੇ ਗਰਮੀ ਆ ਸਰਦੀ ਆ, ਉਹਦੇ ਵਿੱਚ ਸਾਰੇ ਔਜਲਾ ਸਾਹਿਬ ਨੂੰ ਵੀ ਕਰੋਨਾ ਹੋਇਆ, ਮੈਨੂੰ ਵੀ ਹੁਣ, ਮੈਂ ਤਾਂ ਹੁਣੀ ਪਹਿਲੀ ਵਾਰੀ ਤੁਹਾਡੇ ਇੰਟਰਵਿਊ 'ਤੇ ਆਇਆ ਇਸੇ ਕਰਕੇ ਉੱਥੋਂ ਚੰਡੀਗੜ੍ਹ ਆ ਗਿਆ ਸੀ। ਪਰ ਮੈਂ ਮੰਨਦਾ ਬਹੁਤ ਕਮੈਂਟ ਥੱਲੇ ਆਉਂਦੇ ਆ, ਇਹ 'ਚ ਵੀ ਆਉਣਗੇ ਵੀ ਇਹ, ਪਰ ਅਸੀਂ ਕੋਈ MP ਹੋਣ ਨਾਤੇ ਨਹੀਂ ਕੀਤਾ, ਅਸੀਂ ਕੋਈ ਕਾਂਗਰਸੀ ਹੋਣ ਨਾਤੇ ਨਹੀਂ ਕੀਤਾ, ਕਿਉਂਕਿ ਇੱਕ ਗੱਲ ਇਹ ਗੱਲ ਕਹੀ ਸੀ ਵੀ ਜਿਹੜੀ ਸ਼ੰਭੂ ਆ ਜਾਂ ਟੀਕਰੀ ਆ ਜਾਂ ਗਾਜ਼ੀਪੁਰ ਆ, ਇੱਥੇ ਕੋਈ ਪੋਲੀਟੀਕਲ ਬੰਦਾ ਨਹੀਂ ਆ ਸਕਦਾ। ਇਸ ਕਰਕੇ ਤੁਹਾਨੂੰ ਪਤਾ, ਇੱਕ ਅਸੀਂ ਤੀਜੀ ਜਗ੍ਹਾ 'ਤੇ ਹੀ ਗਏ ਸੀ, ਉਹਨੂੰ ਖੈਰ ਨਹੀਂ ਆਪਾਂ ਇੱਥੇ ਡਿਸਕਸ ਕਰਾਂਗੇ, ਉੱਥੇ ਬੜਾ ਸਾਡੇ ਨਾਲ ਕੁੱਟਮਾਰ ਵੀ ਹੋਈ। ਚਲੋ ਉਹ ਕੋਈ ਗੱਲ ਨਹੀਂ, ਪਰ ਅਸੀਂ ਇਸ ਕਰਕੇ ਵੀ ਕੋਈ ਵੀ ਕਿਸੇ 'ਚ ਅਸੀਂ ਕੋਈ ਕ੍ਰੈਡਿਟ ਲੈਣ ਦੀ ਗੱਲ ਨਹੀਂ, ਕਿਸੇ 'ਚ ਅਸੀਂ ਵਿਘਨ ਨਾ ਪਾਈਏ, ਚੁੱਪ ਕਰਕੇ ਅਸੀਂ ਇੱਕ ਜਿਹੜੀ ਤੁਸੀਂ ਗੱਲ ਕੀ ਹੈ ਵੀ ਇਹਨਾਂ ਦੇ ਹਿੱਕ 'ਤੇ ਬੈਠੀਏ ਵੀ ਜਿਹੜੇ ਦਿੱਲੀ ਵੜਨ ਨਹੀਂ ਦੇ ਰਹੇ ਕਿਸਾਨਾਂ ਨੂੰ, ਵੀ ਸਾਨੂੰ ਰੋਕ ਕੇ ਦੇਖਣ। ਅਸੀਂ ਉੱਥੇ ਉਹਨਾਂ ਦੇ ਪਾਰਲੀਮੈਂਟ ਮੂਹਰੇ ਵੀ ਅਤੇ ਉਹਨਾਂ ਦੇ ਮਿਨਿਸਟਰੀਆਂ ਦੇ ਮੂਹਰੇ ਵੀ ਉੱਧਰ ਦੇ ਉੱਥੇ ਸ਼ਾਂਤੀਮਈ ਅਸੀਂ ਧਰਨਾ ਲਾ ਕੇ ਬੈਠੇ ਹਾਂ, ਕਿ ਜਿੱਤ ਹੋਊਗੀ, ਇਹ ਤੁਸੀਂ ਜ਼ਰੂਰ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ। ਸਰ, ਇੱਕ ਗੱਲ ਮੈਂ ਉੱਥੇ ਦੇਖੀ, ਤੁਸੀਂ 5 ਲੋਕ ਬੈਠੇ ਹੋ, ਪਰ ਅੱਜ ਵਿਰੋਧੀ ਧਿਰ ਦਾ ਐਸਾ ਹਾਲ ਹੈ, ਬਾਕੀ ਵਿਰੋਧੀ ਪਾਰਟੀ ਆਉਣ ਦੀ ਜਗ੍ਹਾ 'ਤੇ ਦੂਰ ਦੀ ਗੱਲ ਹੈ, ਕਾਂਗਰਸ ਦੇ ਆਪਣੇ ਲੋਕ ਤੁਹਾਡੇ ਨਾਲ ਨਹੀਂ ਆਏ। ਦੇਖੋ, ਇੱਕ ਗੱਲ ਮੈਂ ਇਹ ਮੰਨਣੀ ਪਊਗੀ ਮੈਨੂੰ, ਤੁਹਾਨੂੰ ਵੀ ਪਤਾ, ਜੇ ਸੱਚਾਈ ਤੋਂ ਭੱਜਾਂਗੇ, ਜਾਖੜ ਸਾਹਿਬ ਨੇ ਪੰਜਾਬ ਦੇ MLAs ਨੂੰ ਇਹ ਗੱਲ ਕਹੀ ਬਾਰੀ-ਬਾਰੀ ਵੀ ਜਾ ਕੇ ਬੈਠੋ, ਕਿਉਂਕਿ ਅਸੀਂ ਵੀ, ਮੈਂ ਤੁਹਾਨੂੰ ਸੱਚ ਦੱਸਦਾ, ਕੋਈ ਪਾਰਟੀ ਦਾ ਕੋਈ ਇਹ ਡਿਸੀਜ਼ਨ ਨਹੀਂ ਸੀ। ਪਰ ਐਡਾ ਵੱਡਾ ਕਦਮ ਲਿਆ, ਜੇ ਉਹ ਆਂਕੜਾ 5 ਤੋਂ 50 ਹੋ ਜਾਂਦਾ
ਜੇ ਨਹੀਂ ਮੈਂ ਤਾਂ ਦੇਖੋ ਓਪਨਲੀ ਉਦੋਂ ਕਹਿੰਦਾ ਰਿਹਾ ਵੀ ਹਰ ਬੰਦੇ ਨੂੰ ਆਪਾਂ ਨੂੰ ਜਦੋਂ ਆਪਾਂ ਪੰਜਾਬ ਦੇ ਹਿਤੈਸ਼ੀ ਆ ਤੇ ਆਪਾਂ MLA ਚਾਹੇ ਕੋਈ MP ਆ, ਹਰ ਬੰਦੇ ਨੂੰ ਜੇ ਉਹ ਦਿੱਲੀ ਨਹੀਂ ਜਾ ਸਕਦਾ ਆਪਣੇ ਘਰ ਦੇ ਬਾਹਰ ਬਹਿ ਜੇ, ਉਹ ਦੁੱਖ ਇੱਥੋਂ ਜ਼ਾਹਰ ਕੀ ਕਰਨਾ ਵੀ ਅੰਦਰ ਦੁੱਖ ਆ, ਦਰਦ ਆ। ਤੇ ਜਾ ਕੇ ਬੈਠਣਾ ਸੀਗਾ, ਅੱਜ ਬੰਦਾ ਸੀ ਕਿ ਬਾਕੀ ਪੰਜਾਬ ਦੇ ਜਿਹੜੇ MP ਉਹ ਵੀ ਨਾਲ ਤੁਹਾਡੇ ਬੈਠਦੇ, ਉਹ ਪਾਰਟੀਬਾਜ਼ੀ ਛੱਡ ਕੇ ਬੈਠਦੇ ਕਿਸਾਨ ਦੇ ਹੱਕ ਵਾਸਤੇ। ਜੇ ਉੱਥੇ ਸਾਰੇ MP ਬੈਠੇ ਹੁੰਦੇ ਪੰਜਾਬ ਦੇ, ਹਰਿਆਣਾ ਦੇ, ਜਿਹੜੇ ਇਸ ਲੜਾਈ ਵਿੱਚ ਮੰਨਦੇ ਨੇ ਕਿ ਹਾਂ ਅਸੀਂ ਨਾਲ ਆ, ਤਾਂ ਸ਼ਾਇਦ ਮੈਸੇਜ ਵੱਡਾ ਜਾਂਦਾ। ਕਿਸਾਨਾਂ ਨੇ ਤਾਂ ਬਾਰ-ਬਾਰ ਇਹ ਗੱਲ ਕਹੀ, ਨਹੀਂ ਕਿਸਾਨਾਂ ਦੀ ਗੱਲ ਨਹੀਂ ਕਰੀ ਮੈਂ, ਸਿਰਫ ਸਿਆਸਤ ਦੀ ਗੱਲ। ਮੈਂ ਆਪ ਤੇ ਆਉਣਾ ਵੀ ਉਹਨਾਂ ਨੇ ਬਾਰ-ਬਾਰ ਕਹੀ ਗੱਲ ਵੀ ਅਸੀਂ ਇੱਕ ਸੜਕ ਰੋਕ ਲਈ, ਦਿੱਲੀ ਨੂੰ 5 ਜਾਂ 7 ਸੜਕਾਂ ਜਾਂਦੀਆਂ, ਭਾਈ ਇੱਕ ਸੜਕ ਆ ਕੇ ਅਕਾਲੀ ਦਲ ਰੋਕ ਲੇ, ਇੱਕ ਕਾਂਗਰਸ ਰੋਕ ਲੇ, ਕੁਛ ਤਾਂ ਕਰੋ। ਪਰ ਉਸ ਡਿਸੀਜ਼ਨ ਲੈਣ 'ਚ ਸਾਡੀਆਂ ਚਾਹੇ ਕੋਈ ਵੀ ਪਾਰਟੀਆਂ ਹੋਣ, ਉਹ ਇਸ ਗੱਲ 'ਚ 100% ਮੈਂ ਮੰਨਦਾ ਹੈ ਨਾਕਾਮ ਰਹੀਆਂ ਹੈ ਜ਼ਰੂਰ। ਅੱਜ ਜੇ ਉਹ ਇੱਕ ਸੜਕ ਉਹਨਾਂ ਨੇ ਬੰਦ ਕੀਤੀ ਸੀ ਤਾਂ ਇੱਕ ਪਾਸੇ ਪੰਜਾਬ, ਚਾਹੇ ਇਹ 'ਚ ਕੋਈ ਅਲੱਗ-ਅਲੱਗ ਵਾਲੀ ਗੱਲ ਨਹੀਂ ਸੀਗੀ, ਬੰਦੇ ਤਾਂ ਉਹੀ ਨੇ, ਪਰ ਜਦੋਂ ਉਹ ਕਿਸਾਨ ਇਹ ਕਹਿੰਦੇ ਸੀ ਵੀ ਆ ਜਾਓ ਭਾਈ, ਤੁਸੀਂ ਵੀ ਆ ਜਾਓ, ਤੁਸੀਂ ਵੀ ਨਿਕਲ ਕੇ ਇੱਕ ਸੜਕ ਬੰਦ ਕਰ ਲਓ, ਅਸੀਂ ਵੀ ਕਹਿੰਦੇ ਰਹੇ ਹਾਂ। ਇਹ ਨਹੀਂ ਵੀ ਮੈਂ ਕਾਂਗਰਸ ਪਾਰਟੀ ਤੋਂ ਅਲੱਗ ਤਾਂ ਨਾ ਹੋ ਸਕਦੇ, ਨਾ ਮਾਸ ਦਾ ਰਿਸ਼ਤਾ, ਪਰ ਅਸੀਂ ਇਹ ਗੱਲ ਆਪ ਇਹ ਤੁਹਾਡੇ ਵਾਲੀ ਜਿਹੜੀ ਗੱਲ ਹੈ ਕਹਿੰਦੇ ਰਹੇ ਹਾਂ, ਇਹਦੇ ਵਿੱਚ ਜ਼ਰੂਰ ਅਸੀਂ ਕਿਤੇ ਨਾ ਕਿਤੇ ਇਹ 'ਚ ਪਿੱਛੇ ਰਹੇ ਹਾਂ ਤੇ ਇਹ ਅੱਜ ਉਹ ਮਹਿਸੂਸ ਵੀ ਹੋ ਰਿਹਾ। ਅੱਜ ਲੋਕ ਵੀ ਇਹ ਗੱਲਾਂ ਕਹਿ ਰਹੇ ਆ ਵੀ ਜੋ ਰੋਲ ਪੋਲੀਟੀਕਲ ਪਾਰਟੀਆਂ ਦਾ ਹੋਣਾ ਚਾਹੀਦਾ ਸੀ, ਉਹ ਕੱਲਾ ਵਿਧਾਨ ਸਭਾ 'ਚ ਆਪਾਂ ਇੱਕ ਮਤਾ ਪਾ ਕੇ ਥੋੜੀ ਗੱਲ ਬਣਦੀ ਆ। ਸਰ ਅੱਜ ਜਿਹੜੇ ਮੁੱਦੇ ਤੇ ਬੈਠੇ ਆ, ਜੋ ਇਸ ਤੋਂ ਪਹਿਲੇ ਦਾ ਮੁੱਦਾ ਹੈ ਕਿਸਾਨੀ ਸੰਘਰਸ਼ ਦਾ ਹੁਣ ਸ਼ੁਰੂ ਹੋਇਆ, ਜਿਹੜਾ ਪਹਿਲਾ ਮੁੱਦਾ ਹੈ ਬੇਬਲ ਗੋਲੀकांड ਦਾ, ਇਸ ਬਾਰੇ ਤੁਸੀਂ ਵੀ ਜਨਤਕ ਹੋ ਕੇ ਇੱਕ ਮੁੱਖ ਮੰਤਰੀ ਨੂੰ ਪੰਜਾਬ ਦੇ ਨੂੰ ਤੁਸੀਂ ਇੱਕ ਅਪੀਲ ਪਾਈ ਹੈਗੀ ਹੈ, ਉਸ ਮੁੱਦੇ ਤੇ ਵੀ ਅਸੀਂ ਇਕੱਠੇ ਨਹੀਂ ਆ? ਮਤਲਬ ਉਹ ਮੁੱਦਾ ਤੁਹਾਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਵੱਲੋਂ ਕਮਜ਼ੋਰ ਲੜਿਆ ਗਿਆ ਹੈ? ਮੇਰਾ ਗੱਲ ਇਹ ਗੁਰੂ ਦਾ ਹੈ, ਗੱਲ ਤਾਂ ਗੁਰੂ ਦੀ ਆ। ਉੱਥੇ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਰਹਿ ਜਾਂਦੇ ਆ, ਕੋਈ ਨਾ ਬਿੱਟੂ, ਨਾ ਕੋਈ ਹੋਰ, ਨਾ ਕੋਈ ਪਾਰਟੀ ਕਾਂਗਰਸ ਰਹਿ ਜਾਂਦੀ ਹੈ, ਨਾ ਗੱਲ। ਤੇ ਸਾਡੇ ਪੰਜਾਬ 'ਚ, ਮੈਂ ਉਦਣ ਤੁਹਾਡੇ ਹੀ ਚੈਨਲ ਤੇ ਉਹ ਗੱਲ ਕਰ ਰਹੇ ਸੀ, ਮੈਂ ਸੁਣ ਕੇ ਰੂਹ ਕੰਬਣ ਵਾਲੀ ਗੱਲ ਆ ਵੀ ਇਸ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜੇ, ਜਿਹੜੇ 10 ਗੁਰਾਂ ਦੀ ਬਾਣੀ ਤੇ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਹ ਕਹਿ ਗਏ ਵੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਉਸ ਪੰਜਾਬ 'ਚ 128 ਤੋਂ ਉੱਤੇ ਜਾਂ ਉਦੋਂ ਵੀ ਵੱਧ 328 ਤੋਂ ਉੱਤੇ ਜਿਹੜੇ ਸਰੂਪ ਨੇ ਉਹ ਨਹੀਂ ਪਤਾ ਲੱਗ ਰਹੇ ਵੀ। ਤੇ ਇਹ ਜਿਹੜੀ ਗੱਲ ਹੋਈ ਆ, ਇਹ ਤਾਂ ਸਰਕਾਰਾਂ ਦੀ ਗੱਲ ਛੱਡੋ, ਪੋਲੀਟੀਕਲ ਪਾਰਟੀਆਂ ਦੀ ਗੱਲ ਛੱਡੋ, ਇੱਕ ਬੰਦੇ ਦਾ ਡਿਊਟੀ ਬਣ ਜਾਂਦੀ ਹੈ। ਮੈਂ ਬੋਲਣ ਦੀ ਗੱਲ ਹੋਰ ਕਿਸੇ ਇਸ਼ੂ ਤੇ ਕਿਉਂ ਨਾ ਬੋਲਿਆ, ਮੈਂ ਇਸ ਇਸ਼ੂ ਤੇ ਕਿਉਂ ਬੋਲੇ ਜਦੋਂ ਤੁਸੀਂ ਬਤੌਰੇ ਸਿੱਖ ਬੋਲੇ ਹੋ ਜਾਂ ਬਤੌਰੇ ਕਾਂਗਰਸ ਪਾਰਟੀ ਦੇ ਵਰਕਰ ਬੋਲੇ ਹੋ? ਮੈਂ ਤਾਂ ਐਜ਼ ਇੱਕ ਪੰਜਾਬੀ ਸਿੱਖ ਹੋਣ ਨਾਤੇ ਬੋਲਿਆ ਜੀ। ਉਹ ਵੀ ਉਦੋਂ ਜਦੋਂ ਹੱਦਾਂ ਬੰਨੇ ਸਭ ਕੁਝ ਟੱਪ ਗਿਆ। ਅੱਜ SIT ਦੀ ਰਿਪੋਰਟ ਆ ਜਿਹੜੀ, ਯਾਰ ਇਹ ਕੀ SIT, ਕਿਹੜੀਆਂ SITਆਂ ਹੁੰਦੀਆਂ, ਮੈਨੂੰ ਇਹ ਸਮਝਾਓ। ਮੈਂ ਤੁਹਾਨੂੰ ਇੱਕ ਆਪਦਾ ਨਿੱਜੀ ਐਕਸਪੀਰੀਅੰਸ ਦੀ ਗੱਲ ਦੱਸਦਾ, ਮੈਂ ਇਹ ਗੱਲ ਕਰਨੀ ਨਹੀਂ ਚਾਹੀਦੀ। ਜਦੋਂ ਮੈਂ 2014 'ਚ MP ਬਣੇ ਐਜ਼ ਏ ਕਟਸੀ ਕਾਲ, ਮੈਂ ਉਦੋਂ ਦੇ ਪ੍ਰਧਾਨ ਮੰਤਰੀ ਜਿਹੜੇ ਅੱਜ ਵੀ ਪ੍ਰਧਾਨ ਮੰਤਰੀ ਨੇ, ਜਦੋਂ ਪਹਿਲੀ ਟਰਮ ਸੀ, ਮੈਂ ਨਰਿੰਦਰ ਮੋਦੀ ਜੀ ਨੂੰ, ਹਾਊਸ ਚੱਲ ਰਿਹਾ ਸੀ ਪਾਰਲੀਮੈਂਟ 'ਚ, ਮੈਂ ਮਿਲਣ ਚਲਾ ਗਿਆ। ਕਿਸੇ ਵਿਸ਼ੇ ਤੇ ਕੋਈ ਗੱਲ ਹੋਈ, ਉਹ ਕਹਿੰਦੇ ਬਿੱਟੂ ਜਿਹੜੇ ਇੱਕ ਕਮਿਸ਼ਨ ਬਣਾਉਣੇ ਜਾਂ ਇਹ SIT ਬਣਾਉਣੀ, ਇਹ ਤਾਂ ਸਰਕਾਰਾਂ ਦੇ ਇੱਕ ਚੀਜ਼ ਨੂੰ ਲੰਬਾ ਪਾਉਣਾ, ਇਨਸਾਫ ਨਾ ਮਿਲਣਾ ਇੱਕ ਤਰੀਕੇ ਦਾ, ਇਹ ਤਾਂ ਉਹ ਚੀਜ਼ ਬਣ ਕੇ ਰਹਿ ਜਾਂਦੀ ਆ। ਕਦੇ ਕਮਿਸ਼ਨਾਂ 'ਚ, ਕਦੇ SITਆਂ 'ਚ, ਕਦੇ ਰਿਜ਼ਲਟ ਨਹੀਂ ਕਦੇ ਨਿਕਲੇ। ਮੈਨੂੰ ਪ੍ਰਾਈਮ ਮਿਨਿਸਟਰ ਦੇ ਵਰਡ, ਇਹ ਮੇਰੇ ਨਾਲ ਗੱਲ ਕਰਦਿਆਂ ਦੇ ਯਾਦ ਆ। ਚਲੋ ਇਹ ਇੱਕ ਗੱਲ ਮੈਨੂੰ ਇਸੇ ਮੁੱਦੇ ਤੇ ਕਿਹਾ ਸੀ ਉਹਨਾਂ ਨੇ? ਨਹੀਂ, ਉਹ ਕੋਈ ਹੋਰ, ਉਹ ਇਸ ਵੇਲੇ ਉਸ ਵੇਲੇ ਇਹ ਤਾਂ ਘਟਨਾ 15 ਦੀ ਆ, ਉਹ 14 ਦੀ ਆ। ਮੈਂ ਇਹ ਗੱਲ ਕਹਿ ਰਿਹਾ, ਇੱਕ ਜਦੋਂ ਹੁਣ ਚਲੋ ਜਿਹੜੀ ਮੇਰੀ ਤਕਲੀਫ ਆ, ਅਸੀਂ ਵੀ ਚੀਫ ਮਿਨਿਸਟਰ ਰਹੇ ਹਾਂ, ਉਸ ਵੇਲੇ ਨੌਜਵਾਨ ਸੀ ਜਦੋਂ ਚੀਫ ਮਿਨਿਸਟਰ, ਚਲੋ ਉਸ ਵੇਲੇ ਬੜੇ ਹਾਲਾਤ ਹੋਰ ਸੀ, ਬੜੀਆਂ ਉਹਨਾਂ ਦੇ ਹੱਕ 'ਚ ਵੀ ਗੱਲਾਂ ਬੜੀਆਂ ਉਹਨਾਂ ਦੇ, ਚਲੋ ਉਸ ਵਿਵਾਦ ਵਿੱਚ ਅੱਜ ਨਹੀਂ ਪੈਣਾ ਆਪਾਂ। ਪਰ ਜਿਹੜੀ ਗੱਲ ਇੱਕ ਚੀਫ ਮਿਨਿਸਟਰ ਆ ਨਾ ਜੀ, ਚੀਫ ਮਿਨਿਸਟਰ ਤਾਂ ਧਰਤੀ ਤੇ ਰੱਬ ਹੁੰਦਾ। ਚੀਫ ਮਿਨਿਸਟਰ ਤਾਂ ਇੰਨੀ ਤਾਕਤ ਹੁੰਦੀ ਹੈ ਚੀਫ ਮਿਨਿਸਟਰ ਕੋਲ। ਆਪਾਂ ਇਹ ਗੱਲਾਂ ਕੋਰਟ ਮੈਂ ਤਾਂ ਮੰਨਦਾ ਵੀ ਕੋਰਟ ਚੌਥਾ ਪਿਲਰ ਆ, ਮੀਡੀਆ ਉਹ 'ਚੋਂ ਇੱਕ ਪਿਲਰ ਆ, ਜੁਡੀਸ਼ਰੀ ਇੱਕ ਪਿਲਰ ਆ, ਤੇ ਆਪਣੀ ਜਿਹੜੀ ਗਵਰਨੈਂਸ ਆ, ਗਵਰਨਮੈਂਟ ਆ ਜਿਹੜੀ, ਉਹ ਇੱਕ ਪਿਲਰ ਆ। ਜੇ ਆਪਾਂ
ਕੋਰਟ ਤੇ ਤਾਂ ਬਾਅਦ ਦੀ ਗੱਲ ਆ। ਅਸੀਂ ਮਤਲਬ ਇਹ ਗੱਲ ਮੈਂ ਜਿਵੇਂ ਉਹ 'ਚ ਕੀਤੀ ਵੀ, ਇੱਕ ਮੈਨੂੰ ਆਫੀਸਰ ਨੇ ਉਦੋਂ ਕਿਹਾ ਵੀ ਇਹ ਆਫੀਸਰ ਨੇ ਜਿਹੜੇ, ਇਹਨਾਂ 'ਚ ਤਾਕਤ ਨਹੀਂ ਗੀ, ਇਹਨਾਂ ਦੇ ਬਾਹਾਂ 'ਚ ਉਹ ਜਾਨ ਨਹੀਂ ਵੀ ਇਹ ਬਾਦਲਾਂ ਨੂੰ ਗੁੱਟ ਤੋਂ ਫੜ ਲਿਆਉਣ। ਉਹ ਅਫਸਰ ਅੱਜ ਪੰਜਾਬ 'ਚ ਬਹੁਤ ਔਖਾ ਹੈ ਉਹ ਲੱਭਣਾ। ਉਹਦੀ ਗੱਲ ਸੱਚ ਹੋਈ। ਕੁੰਵਰ ਵਿਜੇ ਪ੍ਰਤਾਪ ਵੱਲੋਂ ਪੂਰੀ ਕੋਸ਼ਿਸ਼ ਤਾਂ ਕੀਤੀ, ਜੋ ਉਹਨਾਂ ਨੇ ਚਾਰਜ ਸ਼ੀਟ ਫਾਈਲ ਕੀਤੀ ਉਹਦੇ ਵਿੱਚ ਉਹਨਾਂ ਨੇ ਵਿਜੇ ਕੁੰਵਰ ਪ੍ਰਤਾਪ ਦੇ ਉੱਤੇ ਵੀ ਤਾਂ ਬੈਠੇ ਆ, ਥੱਲੇ ਵੀ ਬੈਠੇ, ਉੱਤੇ ਵੀ ਬੈਠੇ। ਇਕੱਲਾ ਬੰਦਾ ਕੀ ਕਰ ਲੂ ਉਹਦੇ ਸਿਸਟਮ 'ਚ? ਗੱਲ ਸਿਸਟਮ ਦੀ ਆ। ਸਿਸਟਮ ਅੱਜ ਨਵਜੋਤ ਸਿੰਘ ਸਿੱਧੂ ਨੇ ਵੀ ਇਸੇ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਵੀ ਕਿਹਾ ਸਿਸਟਮ ਦੀ ਗੱਲ ਹੈ, ਨੀਅਤ ਦੀ ਗੱਲ ਹੈ। ਕੀ ਤੁਸੀਂ ਅੱਜ ਇਹ ਕਹਿਣਾ ਚਾਹ ਰਹੇ ਹੋ ਸਾਰੇ ਮਿਲ ਕੇ ਕਿ ਸਾਡੀ ਆਪਣੀ ਸਰਕਾਰ ਵਿੱਚ ਨੀਅਤ ਨਹੀਂ? ਮੈਂ ਨਵਜੋਤ ਸਿੱਧੂ ਹੁਣਾਂ ਦੇ ਹਜੇ ਕਿ ਜਿੱਦਣ ਜੁਆਇਨ ਕੀਤੇ ਸੀ ਨਵਜੋਤ ਸਿੱਧੂ ਦਿੱਲੀ 'ਚ, ਉਹ ਮੈਨੂੰ ਵੀ ਮੌਕਾ ਮਿਲਿਆ ਸੀ ਜਦੋਂ ਜੁਆਇਨਿੰਗ ਕਰਾਉਣ ਵਾਲਾ ਮੈਂ ਵੀ ਇੱਕ ਸੀ ਉਹਨਾਂ ਦੇ, ਜਦੋਂ ਕਾਂਗਰਸ ਭਵਨ 'ਚ ਜਦੋਂ ਉਹ ਜੁਆਇਨ ਕਰ ਰਹੇ ਸੀ ਪਾਰਟੀ। ਇੱਕ ਪਾਸੇ ਹੋਰ ਲੀਡਰ ਸੀ, ਇੱਕ ਪਾਸੇ ਮੈਂ ਬੈਠਾ ਸੀ ਉਹਨਾਂ ਦੇ, ਜਿੱਦਣ ਉਹਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ। ਨਵਜੋਤ ਸਿੱਧੂ ਹੁਣਾਂ ਨੂੰ ਵੀ ਦੇਖੋ, ਮੇਰੇ ਬਾਰੇ ਵੀ 100 ਰੂਪ ਕੋਈ ਮੈਨੂੰ ਵੀ ਮਾੜਾ ਚੰਗਾ ਕਹਿੰਦੇ ਆ, ਪਰ ਅੱਜ ਤੁਸੀਂ ਇਹ ਗੱਲ ਸ਼ੁਰੂ ਕੀਤੀ ਆ ਕਿਉਂਕਿ ਅੱਜ ਬਹੁਤ ਅਸੀਂ ਐਸੇ ਮੁਕਾਮ ਤੇ ਖੜੇ ਆ। ਇਹ ਨਹੀਂ ਵੀ ਮੈਨੂੰ ਕੋਈ ਤਕਲੀਫ ਆ ਵੀ ਉਹ ਬੋਲ ਰਹੇ ਆ ਜਾਂ ਲੋਕਾਂ 'ਚ ਉਹ ਕਿੰਨੇ ਹਰਮਨ ਪਿਆਰੇ ਆ, ਲੋਕ ਕੀ ਕਹਿ ਰਹੇ ਆ, ਮੈਂ ਇਸ ਗੱਲ ਨੂੰ ਨਹੀਂ ਕਰਦਾ। ਉਹ ਵੀ 2-2.5 ਸਾਲ ਤੋਂ ਉੱਤੇ ਉਸੇ ਕੈਬਨਿਟ 'ਚ ਬੈਠੇ ਰਹੇ ਆ। ਮੈਨੂੰ ਦਿਖਾ ਦੇਣ ਵੀ ਉਸ ਕੈਬਨਿਟ ਦੇ ਵਿੱਚ ਬਹਿ ਕੇ 2.5 ਸਾਲ ਜਦੋਂ ਪਹਿਲੀ ਨਾਲ ਦੀ ਕੁਰਸੀ ਹੁੰਦੀ ਸੀ, ਇੱਕ ਪਾਸੇ ਉਹਨਾਂ ਦੀ ਕੁਰਸੀ, ਕਿੰਨੀ ਵਾਰ ਉਹਨਾਂ ਨੇ ਕੈਬਨਿਟ ਦੇ ਵਿੱਚ ਇਹ ਮੁੱਦਾ ਉਠਾਇਆ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ। ਆਉਂਦੇ ਤਾਂ ਰਿਕਾਰਡ ਆ, ਪਹਿਲਾਂ ਤਾਂ ਉਹ ਕੱਢ ਕੇ ਦਿਖਾਉਣ ਵੀ ਮੈਂ ਕਿੰਨੀ ਵਾਰ ਜਿੱਥੇ ਕੁਰਸੀ ਸੀ ਮੀਡੀਆ 'ਚ ਬੋਲੀ ਜਾਣ ਦਾ ਕੀ ਫਾਇਦਾ ਜੀ? ਤੁਸੀਂ ਜਦੋਂ ਕੁਰਸੀ 'ਚ ਬੈਠੇ ਸੀ, ਕੈਬਨਿਟ 'ਚ ਬੈਠੇ ਸੀ, ਉਦੋਂ ਕਿੰਨੀ ਵਾਰ ਤੁਸੀਂ ਇਹ ਗੱਲ ਕਹੀ ਆ ਵੀ ਇਸ ਕੇਸ ਦੇ ਵਿੱਚ ਪਹਿਲਾਂ ਜੀ ਸਜ਼ਾ ਦਿਓ, ਅਗਲੀ ਗੱਲ ਬਾਅਦ 'ਚ, ਅਗਲਾ ਏਜੰਡਾ ਤਾਂ ਲੈ ਕੇ ਆਵਾਂਗੇ, ਅਗਲਾ ਏਜੰਡੇ ਦੀ ਗੱਲ ਤਾਂ ਕਰਾਂਗੇ ਜਿੰਨਾ ਚਿਰ ਪਹਿਲਾਂ ਇਹਦੀ ਗੱਲ ਮੁਕਾਓ। ਕਦੇ ਕੀਤੀ? ਤੇ ਮੈਂ ਤੁਹਾਨੂੰ ਮੈਂ ਇਹ ਔਨ ਰਿਕਾਰਡ ਨਹੀਂ ਮੈਂ ਕਹਿ ਸਕਦਾ, ਪਰ ਮੈਂ ਇਹ ਵੀ ਕਹਿਣਾ, ਜਿਹੜੀ ਡਰੱਗ ਵਾਲੀ ਰਿਪੋਰਟ ਆ ਹਰਪ੍ਰੀਤ ਸਿੱਧੂ ਵਾਲੀ, STF ਵਾਲੀ ਰਿਪੋਰਟ ਉਹਨਾਂ ਨੇ ਮੰਗੀ ਹੈ ਤਾਂ ਜਦ ਤੱਕ ਕਰਨਾ, ਉਹ ਉਹਨਾਂ ਦੇ ਕੋਲ ਹੈਗੀ ਆ। ਜੇ ਡਿਨਾਈ ਕਰਨ ਵੀ ਨਹੀਂ, ਜੇ ਗੁਰੂ ਦੇ ਸਿੱਖ ਨੇ ਉਹ ਡਿਨਾਈ ਕਰ ਦੇਣ ਵੀ ਮੇਰੇ ਕੋਲ ਰਿਪੋਰਟ ਹੈ ਨਹੀਂ ਗੀ, ਉਹ ਕਰ ਦੇਣ। ਤੁਸੀਂ ਕਹਿ ਰਹੇ ਨਵਜੋਤ ਸਿੰਘ ਸਿੱਧੂ ਕੋਲ ਉਹ ਰਿਪੋਰਟ ਹੈਗੀ ਹੈ? ਬਿਲਕੁਲ ਹੈਗੀ ਆ। ਉਹਨਾਂ ਕੋਲ ਕਿਸ ਕੈਪੈਸਿਟੀ ਵਿੱਚ ਹੈਗੀ ਹੈ? ਇਹ ਉਹ ਦੱਸਣਗੇ ਵੀ ਕਿਸ ਕੈਪੈਸਿਟੀ 'ਚ, ਪਰ ਉਹਨਾਂ ਕੋਲੇ ਰਿਪੋਰਟ ਹੈਗੀ ਆ। ਕੈਬਨਿਟ ਮੰਤਰੀ ਰਹੇ ਆ, ਸਰਕਾਰ ਦੇ ਬਹੁਤ ਪਾਵਰਫੁਲ ਉਹ ਮੰਤਰੀ ਰਹੇ ਨੇ, ਬੜੇ ਨੇੜੇ ਵੀ ਚੀਫ ਮਿਨਿਸਟਰ ਦੇ ਉਦੋਂ ਰਹੇ ਨੇ, ਹਾਈ ਕਮਾਂਡ ਦੇ ਵੀ ਬੜੇ ਨੇੜੇ ਨੇ, STF ਦੇ ਚੀਫ ਆ ਜਿਹੜੇ ਉਹਨਾਂ ਦੇ ਵੀ ਬੜੇ ਉਹ ਨੇੜੇ ਸੀ, ਤੇ ਉਹ ਜਨਤਕ ਕਰ ਦੇਣ ਰਿਪੋਰਟ। ਇਹ ਗੱਲਾਂ ਇਸ ਵੇਲੇ ਗੁਰੂ ਦੇ ਨਾਂ ਤੇ ਜਾਂ ਪੰਜਾਬ ਦੇ, ਮੈਨੂੰ ਦੁੱਖ ਕਿਉਂ ਆਉਂਦਾ ਨਿਮਰਤ, ਮੈਂ ਅੱਜ ਆਪਣੀ ਗੱਲ ਕਿਉਂ ਕਰਦਾ ਵੀ ਨਹੀਂ ਮੈਂ ਕਦੇ, ਪਰ ਆਹ ਮੌਕਾ ਹੈ। ਮੈਨੂੰ ਯਾਦ ਆ ਮੈਂ ਜਦੋਂ ਲੁਧਿਆਣੇ 'ਚ, ਇਹੀ ਪ੍ਰਕਾਸ਼ ਸਿੰਘ ਬਾਦਲ ਸੀ ਮੁੱਖ ਮੰਤਰੀ, ਜਦੋਂ ਮੈਂ ਮਰਨ ਵਰਤ ਤੇ ਬੈਠਾ ਸੀ। ਭੁੱਖ ਹੜਤਾਲ ਇੱਕ ਹੁੰਦੀ ਆ, ਮੈਂ ਮਰਨ ਵਰਤ ਤੇ ਬੈਠਾ ਸੀ, ਓਪਨ ਡਿਕਲੇਅਰ ਕਰਕੇ, ਇੱਕ ਮੈਂਬਰ ਪਾਰਲੀਮੈਂਟ ਹੋਣ ਨਾਤੇ, ਇੱਕ ਯੂਥ ਦਾ ਪ੍ਰਧਾਨ ਹੋਣ ਨਾਤੇ, ਨਾਲ ਮੇਰੇ ਆਹੀ ਪ੍ਰਧਾਨ ਸੀ ਉਦੋਂ ਜੀਰਾ ਸਾਹਿਬ ਹੋਣੀ ਜਿਹੜੇ ਅੱਜ MLA, ਇਹ ਉਦੋਂ ਯੂਥ ਦੇ ਪ੍ਰਧਾਨ ਸੀਗੇ, ਪ੍ਰਧਾਨ ਵੀ ਨਹੀਂ ਸੀ ਸ਼ਾਇਦ, ਮੈਂਬਰ ਸੀ ਯੂਥ ਕਾਂਗਰਸ ਦੇ। ਇਹ ਜਿਹੇ ਨੌਜਵਾਨ ਜਿਹੜੇ 15-20 ਮੇਰੇ ਨਾਲ ਸਟੇਜ ਲਾ ਕੇ ਅਸੀਂ DC ਆਫਿਸ ਦੇ ਸਾਹਮਣੇ ਸੜਕ ਤੇ ਅਸੀਂ ਉੱਥੇ ਬੈਠੇ ਰਹੇ। ਦੂਜਾ ਦਿਨ, ਤੀਜਾ, ਚੌਥਾ ਦਿਨ, 5ਵਾਂ ਦਿਨ ਕਮਲਜੀਤ ਬਰਾੜ ਜਿਹੜੇ ਸਾਡੇ ਦਰਸ਼ਨ ਬਰਾੜ ਉਹਨਾਂ ਦੇ ਬੇਟੇ ਆ, ਉਹ ਇੱਕ ਮੋਗੇ ਦੇ ਵਿੱਚ ਕੋਈ ਰੈਲੀ ਹੋ ਰਹੀ ਸੀ ਬਾਦਲ ਸਾਹਿਬ ਦੀ, ਉਸ ਰੈਲੀ 'ਚ ਚਲੇ ਗਏ ਵੀ ਤੁਸੀਂ ਇੰਨਾ ਹੀ ਤੁਸੀਂ ਸੱਤਾ ਚਾਹੁੰਦੇ ਹੋਗੇ ਵੀ ਇੱਕ ਮੈਂਬਰ ਪਾਰਲੀਮੈਂਟ ਤੇ ਹੋਰ 15 ਨੌਜਵਾਨ ਡਰੱਗ ਦੇ ਉੱਤੇ ਬੋਰਡ ਬਣਾਉਣ ਦੀ ਗੱਲ ਸੀ। ਮੈਨੂੰ ਕਿੰਨਾ ਦੁੱਖ ਲੱਗਦਾ ਵੀ ਇਹੋ ਜਿਹੇ ਬੰਦਿਆਂ ਖਾਤਰ ਇੰਨੇ ਉਦੋਂ ਮਰਨ ਵਰਤੇ ਬੈਠੇ। ਉਦੋਂ ਜਿਹੜਾ ਅਸੀਂ ਬੋਰਡ ਬਣਾਉਣਾ ਸੀ ਉਹ ਬਾਦਲ ਸਾਹਿਬ ਨੇ ਉਦੋਂ ਮੰਨ ਲਿਆ ਸੀ, ਚਲੋ ਕੀਤਾ ਉਹ 'ਚ ਕੁਛ ਨਹੀਂ, ਪਰ ਗਸਾਈਂ ਸਾਹਿਬ ਸੀ ਉਦੋਂ ਡਿਪਟੀ ਸਪੀਕਰ ਲੁਧਿਆਣੇ ਦੇ, ਤੇ ਉਹਨਾਂ ਨੇ ਆ ਕੇ ਉਹ ਮਰਨ ਵਰਤ ਜਿਹੜਾ ਖਤਮ ਕਰਾਇਆ ਸੀ ਤੇ ਨਾਲ ਚਿੱਠੀ ਫੜਾਈ ਸੀ। ਅੱਜ ਦੁੱਖ ਨਹੀਂ ਆਉਂਦਾ ਜੀ? ਅਸੀਂ ਕੀ ਸਾਰੇ ਪੰਜਾਬ 'ਚ ਹੋਕਾ ਦਿੱਤਾ, 45 ਦਿਨ 1500 ਕਿਲੋਮੀਟਰ ਯਾਤਰਾ ਕਰ ਕਰਕੇ ਡਰੱਗਸ ਦੇ ਖਿਲਾਫ, ਤੇ ਅੱਜ ਉਹ ਬੰਦੇ ਬਾਹਰ ਫਿਰਨ ਜਿਨ੍ਹਾਂ ਦਾ ਨਾਂ ਆ ਉਹਦੇ ਵਿੱਚ। ਇਹ ਨਾਂ ਹੁਣ ਮੈਂ ਜੇ ਲਵਾਂ ਤਾਂ ਕਿਹਨੂੰ ਨਹੀਂ ਪਤਾ ਵੀ ਕੌਣ ਸੀ, ਕਿਹਦੇ ਨਾਲ ਤਾਰਾਂ ਜੁੜੀਆਂ ਸੀ। ਉਹ ਕੇਜਰੀਵਾਲ ਵੀ ਮਾਫੀ ਮੰਗਿਆ ਉਹਨਾਂ ਤੋਂ, ਤੇ ਅੱਜ ਉਹ ਆਰਾਮ ਨਾਲ ਤੇ ਜਿਹੜੇ ਖੁੱਲ੍ਹੇਆਮ ਉਹ ਫਿਰਦੇ ਆ। ਅੱਜ ਵੀ ਉਹਨਾਂ ਦੇ ਲਿੰਕ ਨੇ ਜਿਹੜੇ ਅਸੀਂ ਉਹ ਇੱਕ ਅੱਧਾ ਫੜਿਆ ਪਿੱਛੇ ਜੇ ਉਹਨੂੰ ਜੇਲ੍ਹ 'ਚ ਕੀਤਾ। ਹਾਂ, ਨਸ਼ੇ ਦੀ ਜਿਹੜੀ ਲਾਈਨ ਆ ਉਹ ਜ਼ਰੂਰ ਟੁੱਟੀ ਆ ਡਰੱਗਸ ਦੀ, ਜੇ ਆਪਾਂ ਗੱਲ ਸ਼ੁਰੂ ਕਰੀਏ। ਤੁਸੀਂ ਮੰਨਦੇ ਹੋ ਜਨਤਾ ਨਹੀਂ ਮੰਨਦੀ? ਮੈਂ ਜਿੰਨਾ ਵੀ ਪਿੰਡਾਂ ਵਿੱਚ ਜਾ ਕੇ ਕਹਿੰਦੇ ਜਨਤਾ ਨਹੀਂ ਮੰਨਦੀ, ਉਹ ਕਹਿੰਦੇ ਕਿਉਂਕਿ ਸਾਡੀ ਆਬਾਦੀ ਇਹੋ ਜਿਹੀ ਹੈਗੀ ਹੈ ਕਿ ਤੁਸੀਂ 100 ਕੱਢ ਦੋ, ਇੰਨੇ ਨਵੇਂ ਉਸ ਟਾਈਮ ਹੀ ਨਾਲ ਆ ਜਾਂਦੇ ਹੈਗੇ, ਉਹਨੇ ਨਵੇਂ ਆ ਜਾਂਦੇ, ਸੋ ਉਹ ਲਾਈਨ ਨਹੀਂ ਮੰਗਦੀ। ਸਗੋਂ ਇਹ ਲਾਹਨਤ ਹੀ ਐਸੀ ਆ, ਇਹ ਮੈਂ ਇਸ ਗੱਲ ਨਾਲ ਨਵੇਂ ਡਰੱਗਸ, ਨੈਚਰ ਨਾਮ ਦੀਆਂ ਗੋਲੀਆਂ। ਸੋ ਤੁਸੀਂ ਆਪ, ਮੈਂ ਇੱਕ ਗੱਲ ਤੁਸੀਂ ਜਿਹੜੀ ਆਪ ਵੀ ਕਹੀ ਕਿ PRTC ਦੀ ਬੱਸਾਂ ਵੀ
ਅੱਜ ਕਿਉਂ ਨਹੀਂ ਚੱਲ ਰਹੀਆਂ। ਸੋ ਜਿਹੜੇ ਤੁਸੀਂ ਸਵਾਲ ਚੁੱਕੇ ਨੇ ਆ, ਤੁਸੀਂ ਮੀਡੀਆ ਹੱਥ ਦੇ ਰਾਹੀਂ ਆ ਰਹੇ ਹੋ, ਤੁਸੀਂ ਅੰਦਰ ਬੈਠ ਕੇ ਆਪ ਨਹੀਂ ਗੱਲ ਕੀਤੀ ਅੰਦਰ ਖਾਤੇ? ਬਹੁਤ ਵਾਰ ਗੱਲ ਕੀਤੀ ਆ, ਪਰ ਇਸ ਵੇਲੇ ਤਾਂ ਤੁਹਾਨੂੰ ਪਤਾ ਹੀ ਆ, ਮੈਂ ਇਹ 'ਚ ਓਪਨਲੀ ਕਹਿਣ 'ਚ ਕੋਈ ਵੀ ਮੈਨੂੰ ਉਹ ਨਹੀਂ ਗਰੇਜ ਨਹੀਂਗਾ ਇਸ ਵੇਲੇ। ਜਿਹੜਾ ਇਹ ਜਿਹੜੇ ਦੇਖੋ ਇੱਕ ਗੱਲ ਨੂੰ ਸਮਝੋ, ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਨੇ, ਉਹ ਸਭ ਤੋਂ ਸੀਨੀਅਰ ਆਪ ਦੇਸ਼ ਦੇ ਤੇ ਕਾਂਗਰਸ ਦੇ ਸਭ ਤੋਂ ਸੀਨੀਅਰ ਲੀਡਰ ਆਪ ਨੇ। ਤੁਸੀਂ ਮੰਨਦੇ ਹੋ ਕੋਈ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜੇ ਕੋਈ ਜਨਰਲ ਸੈਕਟਰੀ ਆ ਕੇ ਜਾਂ ਕੋਈ AICC ਦਾ ਇੰਚਾਰਜ ਆ ਕੇ ਉਹਨਾਂ ਤੋਂ ਜੂਨੀਅਰ ਉਹਨਾਂ ਨਾਲ ਕੋਈ ਗੱਲ ਕਰ ਸਕਦਾ ਹੈ? ਉਹਨਾਂ ਨੂੰ ਆ ਕੇ ਕੋਈ ਮਤਲਬ ਕੋਈ ਗੱਲ ਸਮਝੋ ਉਹਨਾਂ ਤੋਂ ਕਰਵਾ ਸਕਦਾ ਹੈ? ਕਿਉਂਕਿ ਉਹ ਤਾਂ ਆਪ ਐਡਾ ਤਜਰਬਾ ਉਹਨਾਂ ਕੋਲ, ਆਪ ਉਹ ਇੰਨੇ ਸੀਨੀਅਰ ਮੋਸਟ ਨੇ। ਫਿਰ ਲੋਕ ਤਾਂ ਇਹੀ ਕਹਿਣਗੇ ਨਾ ਕਿ ਸਭ ਜਾਣਦੇ ਹੋਏ ਅਣਜਾਣ ਹੋ ਗਏ ਨੇ। ਨਹੀਂ ਫਿਰ ਲੋਕ ਠੀਕ ਕਹਿਣਗੇ। ਇਹ ਤਾਂ ਫਿਰ ਲੋਕ ਹੁਣ ਕਹਿ ਹੀ ਰਹੇ ਆ, ਹੋਰ ਕੀ ਆ। ਮੈਨੂੰ ਇਹ ਕਹਿਣ 'ਚ ਕੀ ਲੋਕ ਤਾਂ ਹੀ ਔਖੇ ਹੋ ਕੇ ਬੋਲੇ ਆ, ਲੋਕ ਤਾਂ ਕਹਿ ਰਹੇ ਨੇ, ਹੋਰ ਸਾਨੂੰ ਕੀ ਕਹਿ ਰਹੇ ਆ। ਲੋਕਾਂ ਨੇ ਮਤਲਬ ਤੁਸੀਂ ਹਜੇ ਤਾਂ ਦੇਖੋ, ਇੱਕ ਸਰਕਾਰ ਹੁੰਦੀ ਹੈ, ਸਰਕਾਰ ਦਾ ਬਹੁਤ ਵੱਡਾ ਰੋਬ ਹੁੰਦਾ। ਇਹ ਅਸੀਂ ਸਰਕਾਰਾਂ ਦੇਖੀਆਂ ਵੀ ਨੇ, ਇਹ ਤੁਸੀਂ ਹੋਰ 6 ਮਹੀਨੇ ਬਾਅਦ ਦੇਖਿਓ ਜੀ। ਅਸੀਂ ਇੱਕ ਦੇਖੋ, ਕਿਉਂਕਿ ਲੋਕ ਮੰਨ ਚੁੱਕੇ ਨੇ, ਲੋਕ ਮੰਨ ਚੁੱਕੇ ਆ ਵੀ ਇੱਥੇ ਬੱਸਾਂ ਕਿਹਦੀਆਂ ਚੱਲਦੀਆਂ ਹੈ, ਇੱਥੇ ਡਰੱਗਸ ਦੇ ਕੰਮ ਕਿਹਨੇ ਕੀਤੇ ਆ, ਪੀੜ੍ਹੀ ਕਿਹਨੇ ਬਰਬਾਦ ਕੀਤੀ ਆ। ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਚ ਕੌਣ ਇਨਵੋਲਵ ਆ, ਕਿਹਦੇ ਆਰਡਰ ਸੀ? ਗੋਲੀ ਚਲਾਉਣ ਵਾਲੇ ਦੀ ਗੱਲ ਨਹੀਂ ਗਈ, ਗੋਲੀ ਕਿਹਦੇ ਪੈਸਿਆਂ ਨਾਲ ਖਰੀਦੀ ਗਈ ਆ, ਗੱਲ ਉਹਦੀ ਆ ਵੀ ਗੋਲੀ ਚਲਾਉਣ ਵਾਲੇ ਤਾਂ ਕੋਈ ਹੋਰ ਹੁੰਦੇ ਆ, ਹਮੇਸ਼ਾ ਹੀ ਹੋਰ ਹੁੰਦੇ ਆ, ਪਰ ਉਹ ਜਿਹੜੇ ਬਰੂਦ ਆ, ਗੋਲੀ ਆ, ਉਹ ਕਿਹਦੇ ਪੈਸਿਆਂ ਨਾਲ ਖਰੀਦੀ ਗਈ ਆ, ਉਹ ਕਿਹਦੇ ਆਰਡਰਾਂ ਨਾਲ ਖਰੀਦੀ ਚੱਲੀ ਆ, ਉਹਦਾ ਹਿਸਾਬ ਕਰਨਾ ਹੈ। ਅੱਜ ਅਸੀਂ OSIT ਤੋਂ ਵੀ ਅੱਜ ਦੇਖੋ ਨਾ ਕਿੱਡਾ ਸਾਡਾ ਉਹ ਵਿਜੇ ਕੁਮਾਰ ਪ੍ਰਤਾਪ ਕਦੇ 4 ਦਿਨ ਹੋ ਰਿਹਾ CM ਸਾਹਿਬ ਨੂੰ ਅਸਤੀਫਾ ਦੇਣ ਜਾ ਰਹੇ ਆ, ਕਦੇ ਹੋਇਆ ਸੀ, ਤੇ CM ਸਾਹਿਬ ਨੂੰ ਮਨਾ ਰਹੇ ਆ, ਜੋ ਗਵਰਨਰ ਹਾਊਸ ਜਾ ਰਹੇ ਆ। ਇਹ ਕੀ ਹੋ ਕੀ ਰਿਹਾ ਇਹ? ਤੇ ਜਿਹੜਾ ਕੋਰਟ ਆ ਉਹਦੇ ਵਿੱਚ ਅਸੀਂ ਇਹ ਗੱਲ ਆ ਜਿਹੜੀ ਜੋ ਮੈਂ ਗਲਤ ਵੀ ਹੋ ਸਕਦਾ, ਉਹਦੇ ਵਿੱਚ ਇਹ ਮੰਨ ਕੇ ਪੁਲਿਸ ਆਈ ਹੈ ਵੀ ਹਾਂ ਅਸੀਂ ਨਵੀਂ SIT ਬਣਾਵਾਂਗੇ। ਇਹ ਕਿਸ ਚੀਜ਼ ਦੇ DGP ਨੇ ਆਰਡਰ ਨਹੀਂ ਆਇਆ, ਇਹ ਜ਼ਰੂਰ ਸੁਣਿਆ ਜਾ ਰਿਹਾ ਕਿ DGP ਨੇ ਆਪ ਬੜੇ ਸਾਫ਼ ਤਰੀਕੇ ਨਾਲ ਕਿਹਾ ਹੈ ਕਿ ਵੀ ਅਸੀਂ ਨਵੀਂ SIT ਬਣਾਉਣ ਨੂੰ ਤਿਆਰ ਹਾਂ। ਤੇ ਇਹੋ ਇਲਜ਼ਾਮ ਬਿਕੋਜ਼ ਅਗੇਨ DGP ਨੂੰ ਫਿਰ ਆਪਣੇ ਅਫਸਰਾਂ ਤੇ ਵਿਸ਼ਵਾਸ ਨਹੀਂਗਾ। ਇਹ ਕਿਵੇਂ ਵੀ ਇੱਕ ਅਫਸਰ ਚੰਗਾ ਇੱਕ ਅਫਸਰ ਮਾੜਾ ਹੈ, ਇਹ ਆਪਾਂ ਕਿਵੇਂ ਫੈਸਲਾ ਕਰਾਂਗੇ? ਸਰ ਇੱਕ ਇਲਜ਼ਾਮ ਇਹ ਵੀ ਲਗਾਇਆ ਸੁਖਬਿੰਦਰ ਰੰਧਾਵਾ ਜੀ ਵੱਲੋਂ ਲਗਾਇਆ ਗਿਆ ਕਿ ਵੀ ਜਦ ਕੁੰਵਰ ਵਿਜੇ ਪ੍ਰਤਾਪ CM ਨੂੰ ਮਿਲਦੇ ਸੀਗੇ, ਸਾਨੂੰ ਪਹਿਲਾਂ ਅਸੀਂ ਬੈਠਦੇ ਸੀ, ਕਿਸੇ ਨੂੰ ਮਿਲਣਾ ਲਾਉਣੀ ਸੀ। ਸੋ ਇਹ ਸਿਰਫ ਕੁੰਵਰ ਵਿਜੇ ਪ੍ਰਤਾਪ ਤੇ CM ਵਿਚਕਾਰ ਹੋਇਆ ਜੋ ਵੀ ਹੋਇਆ। ਦੇਖੋ ਇੱਕ ਗੱਲ ਨੂੰ ਸਮਝੋ, ਉਹਨਾਂ ਕੋਲ ਹੋਮ ਮਿਨਿਸਟਰੀ ਆ ਪਲੱਸ CM ਨੇ ਉਹ, ਤੇ ਉਹ ਉਹਨਾਂ ਦਾ ਮਹਿਕਮਾ ਹੈ, ਉਹ ਤਾਂ ਉਹਨਾਂ ਨੇ ਇਕੱਲੇ ਹੀ ਗੱਲ ਕਰਨੀ ਆ। ਇਹ ਥੋੜੀ ਆ ਵੀ ਹਾਂ ਇਹ ਜ਼ਰੂਰ ਇਹਨਾਂ ਨਾਲ ਗੱਲ ਤਾਂ ਹੁੰਦੀ ਸੀ ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਆਸ ਕਾਂਗਰਸ ਸਰਕਾਰ 'ਚ ਸਭ ਤੋਂ ਵੱਡਾ ਜਦੋਂ ਧਰਨਾ ਬਰਗਾੜੀ ਦਾ ਲੱਗਿਆ, ਜਿਵੇਂ ਅੱਜ ਕਿਸਾਨਾਂ ਦੇ ਧਰਨੇ ਲੱਗਿਆ, ਉਦੋਂ ਐਡਾ ਹੀ ਵੱਡਾ ਪੰਜਾਬ 'ਚ ਧਰਨਾ ਸੀ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੁਖਵਿੰਦਰ ਰੰਧਾਵਾ ਜਿਹੜੇ ਗੁਰੂ ਦੇ ਸਿੱਖ ਨੇ, ਆਪ ਤ੍ਰਿਪਤਿੰਦਰ ਬਾਜਵਾ ਸਭ ਤੋਂ ਸੀਨੀਅਰ, ਤੇ ਨਾਲ 2-4 MLA ਸਵਾਨ ਗਏ, ਤੇ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ਨਾਲ ਉਹ ਜਿਹੜਾ ਹੈ ਉਹ ਧਰਨਾ, ਚਾਹੇ ਉਹ ਮੰਡ ਸਾਹਿਬ ਸੀ, ਚਾਹੇ ਉਹ ਦਾਦੂਵਾਲ ਸਾਹਿਬ ਸੀ ਜਾਂ ਹੋਰ ਸਾਰੇ ਸੀ, ਉਹਨਾਂ ਨੇ ਚਾਹੇ ਉਹਨਾਂ 'ਚ ਆਪਸ ਵਿੱਚ ਮਤਭੇਦ ਨੇ, ਬਾਅਦ 'ਚ ਉਹ ਗੱਲਾਂ ਆਈਆਂ ਸਾਹਮਣੇ, ਪਰ ਉਹ ਧਰਨਾ ਚੱਕਿਆ ਗਿਆ। ਤੇ ਹੁਣ ਇਹ ਮੰਤਰੀ ਵੀ ਰੋਜ਼ ਸਵਾਲ ਪੁੱਛਦੇ ਆ, ਸਵਾਲ ਆਏ ਹੀ ਆ। ਹੁਣ ਸੁਖਜਿੰਦਰ ਰੰਧਾਵੇ ਹੋਣੀ ਉਹ ਕੀ ਲੋਕਾਂ ਨੂੰ ਕਿਵੇਂ ਦੱਸਣ? ਉਹੀ ਪਰੇਸ਼ਾਨੀ ਹੈ ਨਾ ਵੀ ਤੁਸੀਂ ਭਾਈ ਧਰਨਾ ਚੁਕਾ ਕੇ ਆਏ ਸਿੱਖਾਂ ਦਾ, ਉਹ ਉੱਥੇ ਜਿਨ੍ਹਾਂ ਦੇ ਪੁੱਤ ਮਾਰੇ ਗਏ, ਸ਼ਹੀਦ ਹੋ ਗਏ, ਮਾਰੇ ਗਏ ਨਹੀਂ, ਜਿਹੜੇ ਸ਼ਹੀਦ ਹੋ ਗਏ ਜਾਂ ਜਿਨ੍ਹਾਂ ਦੇ ਬੱਚੇ ਜ਼ਖਮੀ ਹੋਏ, ਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤਾਂ ਕੋਈ ਗੱਲ ਹੀ ਨਹੀਂ। ਤੇ ਇਹ ਭਰੋਸਾ ਦੇ ਕੇ ਆਏ, ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਂ ਤੇ ਭਰੋਸਾ ਦੇ ਕੇ ਆਏ। ਉਹ ਤਾਂ ਵੋਟਾਂ ਤੋਂ ਬਾਅਦ ਦੀ ਗੱਲ ਹੈ ਨਾ, ਉਹ ਤਾਂ ਜਦੋਂ ਚੀਫ ਮਿਨਿਸਟਰ ਬਣ ਗਏ ਸੀ ਉਦੋਂ ਭਰੋਸਾ ਦੇ ਕੇ ਆਏ। ਸਰ ਤੁਹਾਡੀ ਗੱਲ ਤੋਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੋਲੀ ਖਰੀਦੀ ਕਿਸਨੇ, ਪਰ ਉਹਦੇ ਪੈਸੇ ਕਿਸਨੇ ਦਿੱਤੇ, ਗੱਲ ਇਹੀ ਆਉਂਦਾ ਤੁਹਾਡੇ ਵੱਲੋਂ ਇਹ ਬਾਰ-ਬਾਰ ਕਿਹਾ ਜਾਂਦਾ ਹੈ ਕਿ ਪਿਛਲੀ ਸਰਕਾਰ, ਬਾਦਲ ਸਰਕਾਰ, ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਜ਼ਿੰਮੇਦਾਰ ਸੀ। ਅੱਜ ਕੀ ਗੱਲ ਅਸੀਂ ਇੱਥੇ ਮੰਨੀਏ ਕਿ ਜੋ ਲੋਕ ਕਹਿੰਦੇ ਹੈ ਉਹ ਸਹੀ ਹੈ, ਜੋ ਦਿਮਾਗ ਵਿੱਚ ਆ ਰਿਹਾ ਹੈ ਕਿ ਅੱਜ ਇਸ SIT ਦੇ ਕਮਜ਼ੋਰ ਹੋਣ ਦੇ ਕਾਰਨ ਪਿੱਛੇ ਵੀ ਸਰਕਾਰ ਯਾਨੀ ਮੁੱਖ ਮੰਤਰੀ ਤੇ ਹੋਮ ਮਿਨਿਸਟਰ ਜ਼ਿੰਮੇਦਾਰ ਹੈ? ਇੱਕ ਗੱਲ ਮੈਂ ਤੁਹਾਨੂੰ, ਤੁਹਾਡੇ ਦੇਖਣ ਵਾਲਿਆਂ ਨੂੰ ਤੇ ਸਾਡੀ ਪਾਰਟੀ ਤੇ ਪਾਰਟੀ ਲੀਡਰਸ਼ਿਪ ਨੂੰ ਵੀ, ਜੇ ਮੈਂ ਇਹ ਕਹਿ ਰਿਹਾ ਜਾਂ ਕੋਈ ਹੁਣ ਕਹਿ ਰਿਹਾ, ਇਹ ਲੋਕ ਕਹਿ ਰਹੇ ਆ, ਜੇ ਮੈਂ ਨਹੀਂ ਵੀ ਕਹੂੰਗਾ, ਮੈਂ ਚੁੱਪ ਕਰਕੇ ਬਹਿ ਜਾਣਾ, ਮੈਂ ਕਹੂੰਗਾ ਨਹੀਂ ਜੀ ਮੈਂ ਤਾਂ ਪਾਰਟੀ ਦਾ ਬੰਦਾ ਹਾਂ, ਮੈਂ ਤਾਂ ਪਾਰਟੀ ਦੇ ਲੈਵਲ ਤੇ ਪਲੇਟਫਾਰਮ ਤੇ ਗੱਲ ਕਰੂੰਗਾ, ਮੈਂ ਨਹੀਂ ਗੱਲ ਕਰਦਾ, ਤੇ ਉਹਦੇ ਨਾਲ ਕੀ ਫਰਕ ਪੈ ਜਾਊਗਾ?
ਲੋਕ ਤਾਂ ਕੱਲੇ ਕੱਲੇ ਹਰ ਚਰਾਹੇ ਤੇ ਘਰੇ ਬਹਿ ਕੇ ਚੌਂਕ ਤੇ ਬਹਿ ਕੇ ਹਰ ਗੱਲ ਹੀ ਇਹ ਹੋ ਰਹੀ ਆ ਵੀ ਭਾਈ ਸਰਕਾਰ ਕੀ ਕਰ ਰਹੀ ਆ। ਸਰਕਾਰ ਗੌਰਮੈਂਟ ਨੂੰ ਕਹਿੰਦੇ ਗੌਰ ਕਰ ਲਈ ਵੀ ਇੱਕ ਇੱਕ ਮਿੰਟ ਦੀ ਗੌਰ ਕਰਨੀ ਹੁੰਦੀ ਆ। ਜਿਹੜੀਆਂ ਤੁਸੀਂ ਗੱਲਾਂ ਕਹਿੰਦੇ ਹੋ ਮੈਂ ਤਾਂ ਉਹ ਮੂੰਹ ਚੋਂ ਕਹਿ ਨਹੀਂ ਸਕਦਾ। ਲੋਕ ਤਾਂ ਕਹਿੰਦੇ ਆ ਨਾ, ਕਿਵੇਂ ਰੋਕਾਂਗੇ ਉਹਨਾਂ ਨੂੰ? ਇੱਕੋ ਹੀ ਤਰੀਕਾ ਨਾਲ ਜਿੰਨੇ ਉਸ ਵੇਲੇ ਦੇ ਇਹ ਜਥੇਦਾਰ ਸੀਗੇ, ਚਾਹੇ ਉਹ ਕਿਤੇ ਦੇ ਵੀ ਜਥੇਦਾਰ ਸੀਗੇ ਸਾਡੇ ਤਖਤਾਂ ਦੇ, ਉਸ ਵੇਲੇ ਜਿਨ੍ਹਾਂ ਨੇ ਸਭ ਤੋਂ ਸ਼ੁਰੂਆਤ ਕਿੱਥੋਂ ਹੋਈ ਹੈ ਗੱਲ ਦੀ? ਇਹ ਨਹੀਂ ਕੋਈ ਹਿੰਮਤ ਆ ਕਿਸੇ ਦੀ ਗੁਰੂ ਵੱਲ ਕੋਈ ਝਾਕ ਦਿੰਦਾ? ਇਹ ਬਾਦਲ ਪਰਿਵਾਰ ਨੇ, ਇਹ ਬਾਦਲ ਸਰਕਾਰ ਨੇ ਪਿਛਲੀ ਜਦੋਂ 10 ਸਾਲ ਰਹੇ ਆ, ਜਦੋਂ ਇਹ ਦੁਬਾਰਾ ਆਉਣ ਲੱਗੇ ਉਦੋਂ 5 ਦਿਨ ਪਹਿਲਾਂ ਇਹਨਾਂ ਨੇ ਬਾਬੇ ਨੂੰ ਮਾਫ ਕੀਤਾ ਹੈ, ਉਹਦਾ FIR ਚੋਂ ਨਾਂ ਕੱਢਿਆ ਹੈ। ਉਹਨਾਂ ਦੀ ਹਿੰਮਤ ਪਈ ਤੇ ਇਹਨਾਂ ਨੇ ਬਾਬਿਆਂ ਨੂੰ ਆਪਣੀਆਂ ਵੋਟਾਂ ਲੈਣ ਪਿੱਛੇ ਦੁਬਾਰਾ ਸਰਕਾਰ ਬਣਾਉਣ ਖਾਤਰ ਇਹ ਕੰਮ ਕੀਤਾ। ਤੇ ਅਸੀਂ ਜਿਹੜੇ ਉਹਨਾਂ ਨੇ ਮਾਫੀ ਦਵਾਈ ਉਹ ਜਥੇਦਾਰ ਕਿੱਥੇ ਨੇ ਜੀ? ਇਹਨਾਂ ਦੀ ਐਸੀ ਤੈਸੀ ਵੀ ਇਹਨਾਂ ਦੀ ਰੈਸਟ ਹਾਊਸਾਂ 'ਚ ਪੁੱਛ ਪੜਤਾਲ ਹੋਣੀ ਆ। ਇਹ ਕਿੱਥੇ ਲਿਖਿਆ ਜੀ? ਕੈਪਟਨ ਅਮਰਿੰਦਰ ਸਿੰਘ ਜੀ ਜਦੋਂ 2007 ਤੋਂ ਬਾਅਦ CM ਹਟੇ, ਮੈਨੂੰ ਯਾਦ ਆ, ਅਸੀਂ ਚਾਹੇ ਮੈਂ ਉਦੋਂ ਕੁਛ ਵੀ ਨਹੀਂ ਸੀ, ਮੈਨੂੰ ਯਾਦ ਆ ਜਦੋਂ ਆ ਰੋਪੜ 1 ਤਰੀਕ ਇੱਥੇ ਪੈਂਦੀ ਸੀ ਤੇ ਕਿਵੇਂ ਇਹਨਾਂ ਦੇ SSP ਉੱਥੇ ਬੜੇ ਉੱਥੇ ਖੜੇ ਹੁੰਦੇ ਸੀ, ਜਾਂ ਲੁਧਿਆਣੇ ਜਦੋਂ ਉਹ ਤਰੀਕ ਤੇ ਜਾਂਦੇ ਸੀ ਸਿਟੀ ਸੈਂਟਰ ਦੀ, ਤੇ ਕਿਵੇਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਤੇ ਇਸ ਕਰਕੇ 2 ਵਾਰ ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਸੱਦਿਆ ਪਟਿਆਲੇ ਜਾਂ ਕਿਤੇ ਪਤਾ ਨਹੀਂ ਉੱਥੇ ਫਰੀਦਕੋਟ ਰੈਸਟ ਹਾਊਸ 'ਚ ਬਿਠਾ ਕੇ, ਉਸ ਵੇਲੇ ਦੇ ਜਿੰਨੇ ਵੀ ਜਥੇਦਾਰ ਨੇ ਉਹਨਾਂ ਨੂੰ ਬੁਲਾ ਥਾਣਿਆਂ 'ਚ ਉੱਥੇ ਬਿਠਾ ਕੇ ਲੋਕਾਂ ਦੇ ਮੂਹਰੇ ਪੁੱਛਿਆ ਜਾਵੇ ਭਾਈ ਤੁਸੀਂ ਸਾਈਨ ਕੀਤੇ ਸੀ ਕਿ ਨਹੀਂ ਕੀਤੇ ਸੀ? ਤੁਸੀਂ ਮਾਫੀ ਦੱਸੋ, ਕਿਹਨੇ ਤੁਹਾਨੂੰ ਕਿਹਾ ਸੀ ਜਦੋਂ ਮਾਫੀਨਾਮੇ ਦੇਣੇ ਸੀ? ਕੌਣ ਤੁਹਾਨੂੰ ਪ੍ਰੈਸ਼ਰਾਈਜ਼ ਕਰਦਾ ਸੀ? CM ਹਾਊਸ ਕਿਹੜੇ ਉਹ 3 ਜਥੇਦਾਰ ਸੀਗੇ ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ, ਇਹ ਤਾਂ ਔਨ ਰਿਕਾਰਡ ਆ, ਜਿਨ੍ਹਾਂ ਨੂੰ ਸੱਦਿਆ ਸੀ ਉਹਨਾਂ ਨੂੰ ਕਿਉਂ ਨਹੀਂ ਲੋਕਾਂ ਦੀ ਕਟਹਿਰੀ ਮੂਹਰੇ ਖੜਾ ਕਰਦੇ ਜੀ? ਕੋਰਟ ਤੋਂ ਪਹਿਲਾਂ ਸਰਕਾਰ ਕੋਲ ਤਾਕਤ ਹੁੰਦੀ ਆ, ਪੁਲਿਸ ਕੋਲ ਤਾਕਤ ਹੁੰਦੀ ਆ। ਉੱਥੇ ਜੇ ਗਲਤ ਹੋਵੋਗੇ ਤੁਸੀਂ, ਉਹ ਆਪਣਾ ਕੋਰਟ ਚਲੇ ਜਾਣਗੇ, ਕੋਰਟ ਕਹਿ ਦੋਗੇ ਵੀ ਨਹੀਂ ਜੀ ਇਹ ਤਾਂ ਕਸੂਰਵਾਰ ਹੈ ਹੀ ਨਹੀਂ ਸੀ, ਪਰ ਉਦੋਂ ਪਹਿਲਾਂ ਤੁਸੀਂ ਤਾਂ ਤਿਆਰੀ ਕਰੋ। ਕੈਪਟਨ ਅਮਰਿੰਦਰ ਵਾਰ-ਵਾਰ ਕਹਿੰਦੇ ਰਹੇ ਨੇ ਕਿ ਮੈਂ ਬਾय द बुक ਚੱਲਾਂਗਾ, ਮੈਂ ਬਿਲਕੁਲ ਵੀ ਕਦਮ ਇਦਾਂ ਨਹੀਂ ਚੱਲਾਂਗਾ, ਔਰ ਤੁਸੀਂ ਕਹਿ ਰਹੇ ਹੋ ਕਿ ਉਹ ਬਾय द बुक ਤਾਂ ਚੱਲੀ ਜਾਓ, ਫਿਰ 5 ਸਾਲ ਨਿਕਲ ਜਾਣਗੇ, 6 ਮਹੀਨੇ ਰਹਿ ਗਏ ਜਿਵੇਂ ਤੁਸੀਂ ਨਿਕਲ ਗਏ, ਫਿਰ ਬਾय द बुक ਤਾਂ ਜਿਹੜਾ ਹੈ ਉਹ ਤਾਂ ਫਿਰ ਕਈ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਦੇ ਲਈ ਇਹ ਬਾय द बुक ਤੋਂ ਵੀ ਉੱਤੇ ਚੱਲਣਾ ਪੈਣਾ ਹੈ। ਗੁਰੂ ਤੋਂ ਉੱਤੇ ਕੁਛ ਨਹੀਂਗਾ, ਗੁਰੂ ਦੇ ਸੈਂਟੀਮੈਂਟ ਤੋਂ ਉੱਤੇ ਕੁਛ ਨਹੀਂਗਾ, ਗੁਰੂ ਦੇ ਮੂਹਰੇ ਨਾ ਕੋਈ ਕਾਨੂੰਨ ਆ, ਇਹ ਸਭ ਛੋਟੀਆਂ ਚੀਜ਼ਾਂ ਨਾ ਇਨਸਾਨ ਆ। ਤੇ ਇਸ ਚੀਜ਼ ਕੇ ਮੈਂ ਤਾਂ ਇਹੀ ਕਹਿਣਾ ਵੀ ਕੈਪਟਨ ਸਾਹਿਬ ਤੇ ਇੱਕ ਗੁਰੂ ਦੇ ਸਿੱਖ ਨੇ, ਜਿਨ੍ਹਾਂ ਦੀ ਪਰਿਵਾਰ ਹਮੇਸ਼ਾ ਗੁਰੂ ਨੇ ਬਖਸ਼ਿਆ, ਉਹਨਾਂ ਨੂੰ ਐਡੀ ਵੱਡੀ ਦੇਣ ਆ ਉਹਨਾਂ ਉਸ ਪਰਿਵਾਰ ਨੂੰ, ਤੇ ਉਹਨਾਂ ਨੇ ਤਾਂ ਹਿਸਟਰੀ 'ਚ ਉਹਨਾਂ ਦਾ ਨਾਂ ਅੱਗੇ ਸਹਿਰੀ ਅੱਖਰਾਂ ਲਿਖਿਆ ਹੈ, ਅੱਗੇ ਵੀ ਲਿਖਿਆ ਜਾਵੇ, ਅਸੀਂ ਤਾਂ ਇਹ ਚਾਹੁੰਦੇ ਹਾਂ। ਇਹੋ ਜਸਟੀਫਿਕੇਸ਼ਨ ਬਾਦਲ ਪਰਿਵਾਰ ਵੀ ਕਰਦਾ, ਉਹਨਾਂ ਨੇ ਤਾਂ ਅੰਮ੍ਰਿਤਧਾਰੀ ਸਿੱਖ ਨੇ, ਉਹ ਲੋਕ ਵੀ ਸਿੱਖ ਨੇ, ਉਹ ਕਿਉਂ ਕਰਵਾਉਣਗੇ ਇਹੋ ਜਿਹੀ ਚੀਜ਼? ਔਰ ਜੇ ਹੋਈ ਹੁੰਦੀ ਤਾਂ ਉਸ ਜੱਜ ਨੇ ਇਹ ਆਰਡਰ ਕਿਉਂ ਖਾਰਜ ਕੀਤਾ ਹੁੰਦਾ? ਨਹੀਂ, ਜੱਜ ਤੇ ਤਾਂ ਹੁਣ ਦੇਖੋ ਸਿੱਧੀ ਗੱਲ ਆ, ਕਹਿ ਨਹੀਂ ਸਕਦੇ ਕੁਛ, ਉੱਥੇ ਤਾਂ ਮੂੰਹ ਬੰਦ ਆ, ਨਹੀਂ ਕਹਿਣ ਨੂੰ ਉੱਥੇ ਵੀ ਬਹੁਤ ਗੱਲਾਂ ਹੁੰਦੀਆਂ ਏ, ਪਰ ਕੋਰਟ ਦੇ ਮੂਹਰੇ ਨਹੀਂ ਆਪਾਂ ਬੋਲ ਸਕਦੇ। DGP ਮੰਨਦੇ ਨੇ ਨਵੀਂ ਸੈਟ ਹੋਣੀ ਚਾਹੀਦੀ ਹੈ, ਜੇ AG ਕਹਿੰਦੇ ਨੇ ਕਿ ਵੀ ਮੈਨੂੰ ਤਾਂ ਸ਼ਾਮਿਲ ਨਹੀਂ ਕੀਤਾ ਸੀ, ਮੈਂ ਬਿਮਾਰ ਸੀਗਾ। ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣਾ, ਇਹ ਅਫਸਰ ਕਮਜ਼ੋਰ ਨੇ ਜੀ, ਇਹ ਐਸੇ ਜਿਹੜੇ ਹਰਪ੍ਰੀਤ ਸਿੱਧੂ ਵਰਗੇ ਤਕੜੇ ਅਫਸਰ ਸੀ, ਉਹੋ ਜਿਹਿਆਂ ਨੂੰ ਇਨਕੁਆਇਰੀਆਂ ਇਕੱਠੇ ਹੋ ਕੇ ਇੱਕ ਐਸੀ ਇੱਕ ਟੀਮ ਬਣਾਈ ਹੁੰਦੀ, ਉਹ ਇੰਨਾ ਉਹਨਾਂ ਨੂੰ ਟਾਈਮ ਦੇਤਾ, ਉਹ ਕੋਰਟ 'ਚ ਹਰਪ੍ਰੀਤ ਸਿੱਧੂ ਦੇ ਖਿਲਾਫ ਚਲੇ ਗਏ ਜੀ, ਰਿਲੀਫ ਲੈ ਆਏ ਹਾਈ ਕੋਰਟ 'ਚੋਂ, ਕਿਉਂਕਿ ਅਸੀਂ ਲੰਬਾ ਪਾਉਂਦੇ ਗਏ। ਇਹ ਤਾਂ ਗੱਲ ਹਫ਼ਤਿਆਂ ਦਿਨਾਂ ਦੀ ਹੁੰਦੀ ਹੈ, ਐਡੇ ਕ੍ਰਿਮੀਨਲ ਐਡੇ ਕ੍ਰਾਈਮ। ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਇਲਜ਼ਾਮ ਲਾਇਆ ਗਿਆ ਕਿ ਜਦ ਆਪਣੇ ਕੇਸ ਜਿਹੜੇ ਜ਼ਰੂਰੀ ਕੇ ਹੁੰਦੇ, ਮੈਂ ਤਨਸਾਰੀ ਦਾ ਕੇਸ ਵੀ ਕਹਿੰਦੇ ਹੈਗੇ ਆ, ਉਹਦੇ ਵਿੱਚ ਸਿਰਫ ਦਵੇ ਵਰਗੇ, ਚਿਦੰਬਰਮ ਵਰਗੇ ਲਾਇਰਸ ਲਿਆਉਂਦੇ ਆ। ਅੱਜ ਅਸੀਂ ਆਪਣੀ ਲਾਇਰਸ ਦੀ ਟੀਮ ਕੀ ਪੰਜਾਬ ਸਰਕਾਰ ਨੇ ਆਪ ਕਮਜ਼ੋਰ ਕੀਤੀ ਹੈ। ਮੇਰੀ ਇੱਕ ਗੱਲ ਸਮਝੋ, ਗੱਲ ਵਕੀਲ ਦੀ ਨਹੀਂ, ਵਕੀਲ ਦੀ ਤਾਂ ਮੈਂ ਮੰਨਦਾ, ਵਕੀਲ ਵੱਡਾ ਹੋਣਾ ਠੀਕ ਆ, ਚਾਹੀਦਾ, ਪਰ ਗੱਲ ਤਾਂ ਇਹ ਹੈ ਵੀ ਉਹਨੂੰ ਤੁਸੀਂ ਉਹਨੂੰ ਪ੍ਰੋਵਾਈਡ ਉਹਨੂੰ ਐਵੀਡੈਂਸ ਕੀ ਦਿੰਦੇ ਹੋ, ਉਹਨੂੰ ਤੁਸੀਂ ਸਰਕਾਰ ਵੱਲੋਂ ਸਪੋਰਟ ਕੀ ਕਰਦੇ ਹੋ? ਗੱਲ ਤਾਂ ਉੱਥੇ ਖੜੀ ਆ। ਉਹ ਵਕੀਲ ਆਪਾਂ ਲੈ ਆਂਦਾ, ਵਕੀਲ ਨੂੰ ਤਾਂ ਜੋ ਆਪਾਂ ਦਵਾਂਗੇ ਉਹਨੂੰ ਦੱਸਾਂਗੇ ਕੜੀ ਤੋਂ ਕੜੀ ਜੋੜ ਕੇ, ਉਹਨੇ ਤਾਂ ਉਹ ਕਰਨਾ। ਦੋ ਜੋ ਅਜੇ ਮੀਡੀਆ ਵਿੱਚ ਬਾਹਰ ਗੱਲ ਆ ਰਹੀ ਹੈ, ਬਿਕੋਜ਼ ਅਗੇਨ ਜਜਮੈਂਟ ਨਹੀਂ ਆਈ ਹੈਗੀ, ਬਟ ਜੋ ਕਿਹਾ ਜਾ ਰਿਹਾ ਹੈ ਕਿ 2 ਚਾਰਜ ਸ਼ੀਟ ਜਿਹੜੀਆਂ ਫਾਈਲ ਕੀਤੀਆਂ ਗਈਆਂ, ਇਹ ਇੱਕ ਲੂਪ ਹੋਲ ਕੱਢਿਆ ਗਿਆ ਜਾਂ ਛੱਡਿਆ ਗਿਆ। ਤੁਸੀਂ ਮੰਨਦੇ ਹੋ ਕਿ ਇਹ ਲੂਪ ਹੋਲ ਛੱਡਿਆ ਗਿਆ? ਬਿਕੋਜ਼ ਇਹ ਲੂਪ ਹੋਲ ਛੱਡਣ ਵਾਲਾ ਕੌਣ ਸੀਗਾ? AG ਕਹਿੰਦੇ ਮੈਂ ਸ਼ਾਮਿਲ ਨਹੀਂ ਸੀਗਾ, ਕੁੰਵਰ ਵਿਜੇ ਪ੍ਰਤਾਪ ਕੋਈ ਪਹਿਲੀ ਵਾਰੀ ਕੇਸ ਤਾਂ ਫਾਈਲ ਨਹੀਂ ਕਰ ਰਹੇ ਕਿ ਹੋਮ ਮਿਨਿਸਟਰੀ ਕੋਈ ਪਹਿਲੀ ਵਾਰ ਤੇ ਇਹੋ ਜਿਹਾ ਕੇਸ ਸਰਕਾਰ ਦੇਖੋ ਜੀ, ਇਹ ਤਾਂ ਦੇਖੋ ਇੱਕ ਗੱਲ ਨੂੰ ਸਮਝੋ, ਬੜੇ ਤੋਂ ਬੜਾ ਕੇਸ ਵੀ ਫਾਈਲ ਇੱਕ ਮੁਨਸ਼ੀ ਕਰਦਾ,
ਚਾਰਜਸ਼ੀਟ ਤਾਂ ਪਤਾ ਹੁੰਦੀ ਕਿ 1 ਪੈਣੀ 2 ਪੈਣੀ, ਮੇਰੇ ਵਰਗੇ ਬੰਦੇ ਨੂੰ ਸ਼ਾਇਦ ਨਾ ਪਤਾ ਹੋਏ, ਬਟ ਜਿਹੜਾ ਮੈਂ ਉਹੀ ਕਹਿਣਾ ਨਾ, ਇਹ ਤਾਂ ਇੱਕ ਜਿਹੜਾ ਮੁਨਸ਼ੀ ਆ, ਜਿਹੜਾ ਕਿ ਹੈੱਡ ਕਾਂਸਟੇਬਲ ਰੈਂਕ ਦਾ ਹੁੰਦਾ ਏ, ਜਿਹਨੇ ਸਾਰਾ ਲੇਖਾ ਪੜ੍ਹੀ ਤਾਂ ਉਹਨੇ ਕਰਨੀ ਹੁੰਦੀ ਆ। ਅਫਸਰ ਤਾਂ ਸਿਰਫ ਡਿਕਟੇਟ ਕਰਦੇ, ਬੋਲਦੇ ਆ, ਲਿਖਦਾ ਤਾਂ ਉਹ ਆ, ਤੇ ਉਹਨੂੰ ਹੀ ਪਤਾ ਹੁੰਦਾ ਵੀ ਕਿਸ ਲਹਿਜੇ ਜਿਹੜੀ ਪੁਰਾਣੀ ਭਾਸ਼ਾ ਚੱਲਦੀ ਆ ਰਹੀ ਹੈ ਅੰਗਰੇਜ਼ਾਂ ਵੇਲੇ, ਉਹੀ ਭਾਸ਼ਾ ਚੱਲਦੀ ਆ ਰਹੀ ਆ। ਇਹ ਗੱਲਾਂ ਕਿਹਨੂੰ ਨਹੀਂ ਪਤਾ, ਤੇ ਉਹ ਇੱਕ ਮੁਨਸ਼ੀ ਦੇ ਉਹੀ ਕੇਸ ਜਿਹੜਾ ਫਸਟ ਇਨਫੋਰਮੇਸ਼ਨ ਹੁੰਦੀ ਆ, ਉਹਦੇ ਉੱਤੇ ਸੁਪਰੀਮ ਕੋਰਟ ਤੱਕ ਫੈਸਲੇ ਉਹ ਹੁੰਦੇ ਜਾਂਦੇ ਆ। ਇਹ ਤਾਂ ਮਤਲਬ ਕਹਿਣ ਦਾ ਹੁਣ ਮੈਂ ਤੁਹਾਨੂੰ ਕੀ ਕਹਾਂ ਵੀ ਇੱਥੇ ਤਾਂ ਨਾ ਤਾਂ ਅੱਜ ਤੱਕ ਇਹ ਅਫਸਰ ਜਿਹੜੇ ਨੇ, ਜਿੰਨੇ ਵੀ ਵਿਜੇ ਕੁਮਾਰ ਦੀ ਗੱਲ ਇੱਕ ਛੱਡ ਦਿਓ, ਬਾਕੀ ਕਿਸੇ ਅਫਸਰ ਨੇ ਮਤਲਬ ਅਸਲੀ ਜਿਹੜੀ ਕਨਵਿਕਸ਼ਨ ਹੁੰਦੀ ਆ ਨਾ ਬੰਦੇ ਨੂੰ, ਪਹਿਲੀ ਗੱਲ ਸਰਕਾਰ ਤਾਂ ਉਦੋਂ ਹੀ ਉਹਨੂੰ ਦਿਖਾ ਦਿੰਦੀ ਆ ਜਦੋਂ ਉਹਨੂੰ ਸੱਦਦੀ ਆ ਨਾ, ਉਹ ਉਤੋਂ ਹੀ ਪਤਾ ਲੱਗ ਜਾਂਦਾ ਏ। ਜਦੋਂ ਤੁਸੀਂ ਰੈਸਟ ਹਾਊਸਾਂ ਛੱਡ ਕੇ ਪੁੱਛ ਪੜਚਾਲ ਕਰਨੀ ਹੈ ਤੇ ਫਿਰ ਇਹੋ ਜਿਹੀ ਹੋਣੀ ਆ। ਏਸੀ ਲੱਗੇ ਆ, ਏਸੀਆਂ 'ਚ ਤੁਸੀਂ ਬੈਠੇ ਹੋ, ਚਾਹਾਂ ਸਰਵ ਹੋ ਰਹੀਆਂ, ਕਾਫੀਆਂ ਸਰਵ ਹੋ ਰਹੀਆਂ, ਉਹਦਾ ਕੀ ਆ? ਉਹ ਚੌਂਕੀ 'ਚ ਛੱਡਿਆ ਹੋਵੇ ਸੁਖਬੀਰ ਸਿੰਘ ਬਾਦਲ ਜਾਂ ਹੋਰ ਜਿਹੜੇ ਵੀ ਸੀਗੇ, ਚੌਂਕੀ 'ਚ ਜਾਣਾ ਪਵੇ 4 ਵਾਰ ਤੇ ਗੱਲਾਂ ਸੱਚ ਆਉਂਦੀਆਂ ਨਿਕਲਦੀਆਂ। ਜਦ ਉੱਥੇ ਨੂੰ ਕਿਹਾ ਹੋਵੇ ਮੁਨਸ਼ੀ ਨੂੰ ਪੁੱਛ, ਇੱਥੇ ਤਾਂ ਬੜੇ ਆਫੀਸਰ ਜਿਹੜੇ ਆ ਉਹ ਅੱਖ ਚੱਕ ਨਹੀਂ ਪਾ ਸਕਦੇ, ਸੈਣੀ ਦੇ ਪਾ ਲੂਗਾ? ਦੱਸੋ ਮੈਨੂੰ। ਤੇ ਓਪਨ ਸਾਰੀ ਗੱਲ ਹੋਵੇ, ਅੰਦਰ ਬੰਦ ਕਮਰਿਆਂ 'ਚ ਇਹ ਨਹੀਂ ਪਤਾ ਲੱਗਦਾ ਵੀ ਉੱਥੇ ਦੀ ਫੋਟੋ ਕਿਹਨੂੰ ਜਾ ਰਹੀ ਹੈ, ਉੱਥੇ ਦੀ ਰਿਕਾਰਡਿੰਗ ਕਿਹਨੂੰ ਦਿਖਾ ਰਹੀ ਹੈ, ਸਵਾਲ ਕੀ ਪੁੱਛ ਰਿਹਾ ਕੋਈ। ਇਸ ਕਰਕੇ ਬਹੁਤ ਗੱਲਾਂ ਨੇ ਜਿਹੜੀਆਂ ਹੁਣ ਸਾਹਮਣੇ ਆਉਣਗੀਆਂ, ਆਈ ਜਾਣੀਆਂ। ਗੱਲ ਤਾਂ ਇੰਨਾ ਹੈ ਜੀ, ਸਾਡਾ ਨੁਕਸਾਨ ਹੋ ਜਾਣਾ। ਗੱਲ ਤਾਂ ਇੰਨੀ ਆ, ਜਿਹੜੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਇੱਕ ਆਸ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਤੇ ਲਾਈ ਆ। ਗੱਲ ਤਾਂ ਉਹ ਪੂਰੀ ਕਰਨ ਦੀ ਗੱਲ ਆ। ਉਹ ਕਿਵੇਂ ਪੂਰੀ ਕਰਨੀ ਆ? ਗੱਲਾਂ ਤਾਂ ਆਪਾਂ ਜਿੰਨੀਆਂ ਮਰਜ਼ੀ ਕਰ ਲਈਏ, ਇਹ ਗੱਲ ਆ 6 ਮਹੀਨੇ 'ਚ ਇਹਨੂੰ ਕਿਵੇਂ ਦੇਖੋ। ਜੇ ਬੇਟਾ ਜੀ ਭਾਜਪਾ ਕਹਿੰਦੀ ਹੈ ਕਿ ਜਿਸ ਤਰ੍ਹਾਂ ਸਾਡਾ ਕਿਸਾਨਾਂ ਨੇ ਹਾਲ ਕੀਤਾ ਹੈ, ਆਉਣ ਵਾਲੇ ਸਮੇਂ ਵਿੱਚ ਕਾਂਗਰਸ ਵੋਟਾਂ ਮੰਗਣ ਜਾਏਗੀ, ਮੁੱਦੇ ਉਹੀ ਹੋਣਗੇ। ਨਸ਼ੇ ਦਾ ਮੁੱਦਾ ਹੋਏਗਾ, ਸ਼ਰਾਬ ਦਾ ਮੁੱਦਾ ਹੋਏਗਾ, ਮਾਫੀਆ ਦਾ ਮੁੱਦਾ ਹੋਏਗਾ, ਟਰਾਂਸਪੋਰਟ ਮਾਫੀਆ ਦਾ ਮੁੱਦਾ ਹੋਏਗਾ ਤੇ ਬੈਬਲ ਗੋਲੀ ਕਾਂਡ ਹੋਏਗਾ। ਉੱਦਾਂ ਦਾ ਹਾਲ ਹੋਣ ਲੱਗਾ। ਤੁਹਾਨੂੰ ਇਹ ਡਰ ਲੱਗਦਾ ਹੈ ਕਿ ਵੀ ਅੱਜ 6 ਮਹੀਨਿਆਂ ਨੂੰ ਕਾਂਗਰਸ ਦੇ ਜਦ ਲੋਕ ਵੋਟ ਮੰਗਣ ਜਾਣਗੇ, ਲੋਕ ਉਸੇ ਤਰ੍ਹਾਂ ਹਾਲ ਕਰਨਗੇ ਜਿਸ ਤਰ੍ਹਾਂ ਭਾਜਪਾ ਦਾ ਹਾਲ ਕੀਤਾ? ਨਹੀਂ, ਚਲੋ ਪਾਰਟੀਆਂ ਪਾਵਰ 'ਚ ਤਾਂ ਕਦੇ ਕੋਈ ਰਹਿੰਦੀਆਂ ਹੀ ਨਹੀਂ ਆ। ਪਾਰਟੀਆਂ ਤਾਂ ਇਹੀ ਪ੍ਰਕਾਸ਼ ਸਿੰਘ ਬਾਦਲ ਆ, ਐਂ ਲੋਕ ਭੇਜਦੇ ਰਹੇ, ਫਿਰ 5 ਸਾਲ ਬਾਅਦ ਬਣਾਉਣ ਦੇ 5 ਵਾਰ ਮੁੱਖ ਮੰਤਰੀ ਉਹਨਾਂ ਨੂੰ ਬਣਾਇਆ। ਪਰ ਤੁਸੀਂ 5 ਸਾਲ ਬਾਅਦ ਉਹੀ ਮੁੱਦੇ ਲੈ ਕੇ ਜਾਓਗੇ, ਉਹ ਸਭ ਤੋਂ ਉੱਤੇ ਬੈਬਲ ਹੋਏਗਾ। ਮੈਂ ਆਪਣੀ ਤੇ ਆ ਜਾਂਦਾ ਹੁਣ ਗੱਲ ਵੀ ਇਹ ਗੱਲਾਂ ਤਾਂ ਹੁਣ ਜਾਂ ਤਾਂ ਪ੍ਰਸ਼ਾਂਤ ਕਿਸ਼ੋਰ ਦੱਸੇਗਾ ਵੀ ਕਿਵੇਂ ਜਾਣਾ ਹੈ, ਸਾਨੂੰ ਤਾਂ ਹਜੇ ਸਮਝ ਨਹੀਂ ਆ ਰਹੀ ਕਿਵੇਂ ਜਾਣਾ ਹੈ। ਵੀ ਇਹ ਗੱਲਾਂ ਦਾ ਜਵਾਬ ਆ ਜਿਹੜਾ ਮਤਲਬ ਜੁਮਲਾਬਾਜ਼ੀ ਕਰਾਂਗੇ ਨਹੀਂ, ਬਿਕੋਜ਼ ਜੇ ਸਭ ਤੋਂ ਵੱਡਾ ਜੁਮਲਾ ਕੀਤਾ ਗਿਆ ਸੀ ਤਾਂ ਪ੍ਰਸ਼ਾਂਤ ਕਿਸ਼ੋਰ ਨਰਿੰਦਰ ਮੋਦੀ ਜੀ ਦੇ ਨਾਲ ਸੀਗੇ। ਜਿਹੜਾ 15 ਲੱਖ ਤੁਹਾਡੇ ਖਾਤੇ ਜਾਣਾ ਸੀਗਾ, ਉਹ ਜੁਮਲਾ ਪ੍ਰਸ਼ਾਂਤ ਕਿਸ਼ੋਰ ਦਾ ਬਣਾਇਆ ਹੋਇਆ, ਰਾਈਟ ਔਰ ਰੋਂਗ? ਬਿਲਕੁਲ, ਮੈਂ ਸਹਿਮਤ ਹਾਂ ਤੁਹਾਡੇ ਨਾਲ। ਸੋ ਮਤਲਬ ਤੁਸੀਂ ਵੀ ਹੁਣ ਜੁਮਲੇ ਬਣਾ ਕੇ, ਕਾਂਗਰਸ ਸਰਕਾਰ ਵੀ ਹੁਣ ਜੁਮਲੇ ਬਣਾ ਕੇ ਪ੍ਰਸ਼ਾਂਤ ਕਿਸ਼ੋਰ ਦੇ ਸਿਰ ਤੇ ਵੋਟਾਂ ਲੈਣ ਜਾਏਗੀ। ਬਹੁਤ, ਮੈਂ ਜਿਵੇਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਬਹੁਤ ਵੱਡਾ ਇਸ ਵੇਲੇ ਮੋਢਿਆਂ ਤੇ ਬਹੁਤ ਵੱਡਾ ਬੋਝ ਆ ਉਹਨਾਂ ਤੇ ਉਹ ਬੋਝ ਕਾਂਗਰਸ ਪਾਰਟੀ ਦੀ ਨਹੀਂ ਗੱਲ ਹੈ, ਗੱਲ ਪੰਜਾਬ ਦੇ ਲੋਕਾਂ ਦਾ ਬੋਝ ਆ। ਤੇ ਉਹ ਗੁਰੂ ਗ੍ਰੰਥ ਸਾਹਿਬ ਦਾ, ਬਰਗਾੜੀ ਦਾ, ਬਾਈਬਲ ਕਲਾਂ ਦਾ। ਹੁਣ ਅੱਜ ਵੀ ਮੀਟਿੰਗਾਂ ਚੱਲ ਰਹੀਆਂ ਏ, ਜਿੰਨੇ ਜੋਗੇ ਅਸੀਂ ਤਾਂ ਉਹਨਾਂ ਦੀ ਕਿਸ਼ਤੀ 'ਚ, ਜੇ ਉਹ ਕਿਸ਼ਤੀ ਡੁੱਬੂਗੀ ਤਾਂ ਵੀ ਨਾਲ ਡੁੱਬਣਾ। ਜੇ ਉਹ ਕਿਸ਼ਤੀ ਲੀਡਰ ਆਫ ਆਪੋਜੀਸ਼ਨ ਹੋ, ਨਹੀਂ ਉਹ ਅਲੱਗ ਗੱਲ ਆ, ਪਰ ਅਸੀਂ ਤਾਂ ਦਗਾ ਕਰਨ ਵਾਲੇ ਬੰਦੇ ਨਹੀਂ ਗੇ। ਉਹਨਾਂ ਦੇ ਨਾਲ ਹੀ ਅਸੀਂ ਰਹਿਣਾ ਹੈ ਤੇ ਇਹ ਅੱਗੇ ਪਤਾ ਵੀ ਲੱਗ ਜਾਊਗਾ ਕੌਣ ਛੱਡਦਾ ਕੌਣ ਭੱਜਦਾ। ਇਹ ਤਾਂ ਨੇੜੇ ਹੁਣ ਇਲੈਕਸ਼ਨਾਂ ਦੇ ਸਭ ਕੁਝ ਹੋ ਜਾਣੀਆਂ, ਚੀਜ਼ਾਂ ਸਾਹਮਣੇ ਆ ਜਾਣੀਆਂ। ਇਸੇ ਕਰਕੇ ਅਸੀਂ ਤਾਂ ਸਾਰਾ ਕੁਝ ਕਹਿ ਰਹੇ ਹਾਂ ਵੀ ਕਿਵੇਂ ਵੀ ਕਿਸੇ ਵੀ ਤਰੀਕੇ ਨਾਲ ਇਸ ਘੜੀ 'ਚੋਂ ਦਿਨ ਤਾਂ ਐਂ ਭੱਜਣੇ ਆ, ਪਤਾ ਹੀ ਨਹੀਂ ਲੱਗਣਾ ਵੀ ਕਦ ਆ ਇਲੈਕਸ਼ਨ ਜਿਹੜੀ ਸਾਹਮਣੇ ਖੜੀ ਹੋ ਜਾਣੀ ਆ। ਉਸ ਵੇਲੇ ਨਾਲੋਂ ਔਖੇ ਹੋਣ ਨਾਲੋਂ ਉਸ ਵੇਲੇ ਨਾਲੋਂ ਕੈਪਟਨ ਸਾਹਿਬ ਨੂੰ ਇਹ ਕਹਿ ਦੇਣਾ ਚਾਹੀਦਾ ਕਿ ਵੀ ਮੈਂ ਇਲੈਕਸ਼ਨ 'ਚ ਤਾਂ ਜਾਊਂਗਾ ਭਾਈ ਵੀ ਜੇ ਮੈਂ ਇਹ ਗੱਲਾਂ ਦਾ ਫੈਸਲਾ ਕਰਕੇ ਜਾਊਂਗਾ, ਨਹੀਂ ਮੈਂ ਵੋਟ ਮੰਗਣ ਨਹੀਂ ਜਾਂਦਾ। ਸਾਡੇ ਕੋਲ ਤਾਂ ਇਹੀ ਹੁਣ ਆਖਰੀ ਇੱਕ ਮੈਂ ਸਮਝਦਾ ਗੱਲ ਰਹਿ ਗਈ ਆ। ਬਾਕੀ ਹੁਣ ਜਾਂ ਫਿਰ ਕਹਿ ਦਈਏ ਜਿਵੇਂ ਮੈਂ ਅੱਗੇ ਜਾਂ ਕਹਿ ਦਈਏ ਵੀ ਬਾਦਲ ਤਾਂ ਭਾਈ ਲੋਕੋ ਤੁਹਾਨੂੰ ਗਲਤ ਫਹਿਮੀ ਆ, ਬਾਦਲ ਤਾਂ ਕਿਤੇ ਜੋਸ਼ੀ ਹੋਏ ਨਹੀਂਗੇ, ਬਾਦਲ ਤਾਂ ਸੱਚੇ ਸੁੱਚੇ ਆ। ਬਾਕੀ ਲੋਕਾਂ ਦੇ ਫੈਸਲਾ ਛੱਡ ਦਈਏ ਫਿਰ। ਸਰ ਜੇ ਅੱਜ ਤੁਸੀਂ 6 ਮਹੀਨੇ ਰਹਿ ਗਏ, ਅੱਜ ਤੁਸੀਂ ਜੇ ਕੁਝ ਕਰਕੇ ਵੀ ਜਿਸ ਤਰ੍ਹਾਂ ਬੈਬਲ ਰਿਹਾ, ਜਿਸ ਤਰ੍ਹਾਂ ਬਾਕੀ ਸਾਰੇ ਮੁੱਦੇ ਰਹੇ ਆ, ਆਪਾਂ ਉਹਨਾਂ ਬਾਰੇ ਸਭ ਜਾਣਦੇ ਹਾਂ, ਜੇ ਅੱਜ ਜ਼ੋਰ ਲਾ ਕੇ 6 ਮਹੀਨੇ ਵਿੱਚ ਥੋੜਾ
ਸਖਤੀ ਦਿਖਾ ਵੀ ਦਈਏ ਕਿ ਲੋਕ ਵਿਸ਼ਵਾਸ ਕਰਨਗੇ। ਜਿਹੜੀ ਸਰਕਾਰ ਤੁਸੀਂ ਆਪ ਮੰਨਦੇ ਹੋ ਕਿ 4.5 ਸਾਲ ਵਿੱਚ ਸਖਤੀ ਨਹੀਂ ਦਿਖਾ ਪਾਈ, ਜੇ 6 ਮਹੀਨੇ ਦਿਖਾ ਵੀ ਦੇਗੀ ਮੈਂ ਤੁਹਾਨੂੰ ਤਾਂ ਉਹ ਕੀ ਲੋਕਾਂ ਲਈ ਕਾਫੀ ਹੋਣਾ ਚਾਹੀਦਾ। ਮੇਰੀ ਸਪਸ਼ਟ ਗੱਲ ਸੁਣ ਲਓ, ਨਾ ਤਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪਿੱਛੇ ਭੱਜੇ ਫਿਰਦੇ ਆ, ਉਹਨਾਂ ਨੇ ਮੁੱਖ ਮੰਤਰੀਆਂ ਵੀ ਦੇਖ ਲਈਆਂ, MP ਵੀ, MLA ਵੀ, ਰਾਜੇ ਵੀ। ਉਹਨਾਂ ਲਈ ਤਾਂ ਆਹ ਕੁਛ ਮਹੀਨਿਆਂ 'ਚ ਸਿੱਖੀ ਲਈ, ਜਿਸ ਪਰਮਾਤਮਾ ਦੀ ਉਹਨਾਂ ਤੇ ਪਰਿਵਾਰ ਤੇ ਕਿਰਪਾ, ਸਿੱਖੀ ਲਈ ਹੀ ਇਜ਼ ਲਾਸਟ ਸਿੱਖ ਮਹਾਰਾਜਾ ਆਫੀਸ਼ੀਅਲੀ। ਮੈਂ ਇਹੀ ਕਹਿਣਾ ਵੀ ਉਹ ਬਸ ਇੱਕ ਗੱਲ ਕਲੀਅਰ ਕਰਕੇ ਜਾਣ, ਸਾਫ਼ ਕਰਕੇ ਜਾਣ, ਭਾਈ ਆਹ ਬੰਦੇ ਦੋਸ਼ੀ ਨੇ, ਆਹ ਬੰਦੇ ਦੋਸ਼ੀ ਨਹੀਂ ਗੇ, ਆਹ ਇਸ ਤਰੀਕੇ ਨਾਲ ਹੋਇਆ। ਗੱਲ ਲੋਕਾਂ ਦੇ ਮੂਹਰੇ ਆ ਕੇ ਕੱਲੀ ਗੱਲ ਰੱਖ ਜਾਣ। ਲੋਕ ਤਾਂ ਇਹ ਚਾਹੁੰਦੇ ਆ ਸਰਕਾਰ ਆਵੇ ਨਾ ਆਵੇ, ਸਰਕਾਰਾਂ ਤਾਂ ਕਦੇ ਕੋਈ ਵੀ ਨਹੀਂ ਰਿਹਾ, ਸਰਕਾਰਾਂ ਤਾਂ ਹਮੇਸ਼ਾ ਜਿਹੜੇ 20-25 ਸਾਲ ਕਾਮਰੇਡ ਰਹੇ ਆ ਉਹ ਵੀ ਚਲੇ ਗਏ ਵੈਸਟ ਬੰਗਾਲ ਤੋਂ। ਇਸ ਕਰਕੇ ਇਹ ਕੋਈ ਬੜੀ ਗੱਲ ਨਹੀਂ ਗੀ, ਸਰਕਾਰਾਂ ਆਉਣਾ ਜਾਣਾ, ਉਹਨਾਂ ਨੇ ਬਥੇਰੀ ਸੱਤਾ ਦੇਖ ਲਈ, ਰਾਜ ਭਾਗ ਦੇਖ ਲਿਆ। ਪਰ ਗੱਲ ਜਿਹੜੀ ਸਭ ਤੋਂ ਵੱਡੀ ਉਹਨਾਂ ਦੇ ਮੂਹਰੇ ਤਾਂ ਇਹ ਆ, ਐਜ਼ ਇੱਕ ਐਡੇ ਬੜੇ ਪਰਿਵਾਰ ਤੋਂ, ਐਡੇ ਵੱਡੇ ਸਿੱਖ ਜਿਨ੍ਹਾਂ ਨੂੰ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ, ਜਿਹੜੇ ਅਸਤੀਫੇ ਦੇ ਕੇ ਆ ਗਏ 84 'ਚ, ਮਤਲਬ ਕੋਈ ਪਰਵਾਹ ਹੀ ਨਹੀਂ ਕੀਤੀ, ਤੇ ਅੱਜ ਉਹਨਾਂ ਨੂੰ ਇਹ ਫੈਸਲਾ ਕਰਨਾ ਪੈਣਾ ਹੈ। ਗੱਲਾਂ ਦੋ ਹੀ ਨੇ, ਇਹ ਤੋਂ ਬਗੈਰ ਕਿਤੇ ਹੁਣ ਸਾਡਾ ਛੁਟਕਾਰਾ ਨਹੀਂ। ਜਿਸ ਲੈਵਲ ਤੇ ਅਸੀਂ ਖੜ ਗਏ ਆ ਕੇ, ਹੁਣ ਸੁਪਰੀਮ ਕੋਰਟ 'ਚ ਭੱਜਣ ਵਾਲੀ ਕਾਹਲੀ ਵੀ ਨਹੀਂ ਕਰਨੀ, ਆ ਕੇ ਸਪਸ਼ਟ ਲੋਕਾਂ ਤੋਂ ਵੀ ਭਾਈ ਆਹ ਗੱਲ ਆ, ਆਹ ਕਾਰਨ ਆ, ਆਹ ਬੰਦੇ ਦੋਸ਼ੀ ਨੇ, ਕੋਰਟ ਇਹਨਾਂ ਨੂੰ ਸਜ਼ਾ ਦੇਵੇ, ਕਦ ਦੇਵੇ ਉਹ ਕੋਰਟ ਤੇ ਆ। ਪਰ ਮੇਰੀ ਸਰਕਾਰ ਦੇ ਫੈਕਟ ਫਾਈਂਡ ਆ ਨੇ ਭਾਈ, ਇਹ ਆਰਡਰ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਦਿੱਤੇ ਸੀ। ਠੀਕ ਆ, ਸਜ਼ਾ ਦਿਵਾਉਣ 'ਚ ਬੇਸ਼ੱਕ ਲੇਟ ਹੋ ਸਕਦੇ ਆ, ਉਹ ਕਾਨੂੰਨੀ ਲੜਾਈ ਆ, ਕਾਨੂੰਨਾਂ ਦੇ ਕੰਮ ਨੇ, ਪਰ ਆਹ ਕਾਗਜ਼ ਨੇ। ਹੁਣ ਆਖਰੀ ਇਹ ਦੇਖੋ ਕੀ ਹੁੰਦਾ, ਆਖਰੀ ਜਿਮਨੀ ਫਾਈਲ ਕਰਨੀ ਸੀ 9ਵਾਂ 'ਚ, ਤਾਂ 10ਵੀਆਂ 'ਚ ਇਹਨਾਂ ਦੇ 9 ਸੀ। ਮੈਂ ਤਾਂ ਕਹਿ ਦਿੰਦਾ ਇਹ 'ਚ ਮੈਨੂੰ ਤਾਂ ਕੋਈ ਉੱਤੇ ਬੰਬ ਨਹੀਂ ਡਿੱਗਣ ਲੱਗਿਆ, ਉਦੋਂ ਹੀ ਇਹ ਸਭ ਕੁਛ ਉਥਲ ਪੁਥਲ ਹੋ ਗਿਆ। ਇਸ ਬਾਰੇ ਕੋਈ ਇਹਦੇ ਚਾਰਜ ਸ਼ੀਟ ਵਿੱਚ ਆਇਆ ਨਹੀਂ ਹੈਗਾ। ਆ ਜਾਊਗਾ ਹੁਣ ਤਾਂ, ਚਲੋ ਆਉਣਾ ਕੀ ਆ, ਹੁਣ ਉਹ ਦੱਸ ਦੂਗਾ ਬਾਅਦ 'ਚ। ਉਹ ਤਾਂ ਉਹਦੇ ਕੋਲ ਤਾਂ ਹੈਗੇ ਆ ਨਾ ਕਾਗਜ਼, ਉਹਦੇ ਕੋਲ ਤਾਂ ਕੱਲੇ ਪੁਲਿਸ ਸਟੇਸ਼ਨ ਤੋਂ ਲੈ ਕੇ ਉੱਤੇ ਤੱਕ ਉਹ ਦੱਸ ਦੇਣਗਾ। ਹੋਰ ਕਿਸ ਤੇ ਤਾਂ ਇਲਜ਼ਾਮ ਹੀ ਰਹੇ ਨਾ, ਇਹਦਾ ਬਾਰੇ ਕੋਈ ਸੱਚ ਤੇ ਨਹੀਂ ਅਜੇ ਆਇਆ। ਫਿਰ ਸੱਚ ਹੁਣ ਨਵੀਂ SIT ਕੈਪਟਨ ਸਾਹਿਬ ਜਿਵੇਂ ਤੁਸੀਂ ਕਹਿੰਦੇ ਹੋ 2 ਮਹੀਨੇ 3 ਮਹੀਨੇ 'ਚ ਕੱਢ ਕੇ ਰੱਖ ਦੇਣਾ। ਲੋਕ ਤਾਂ ਸੁਣਨਾ ਚਾਹੁੰਦੇ ਆ, ਲੋਕ ਦੇਖਣਾ ਚਾਹੁੰਦੇ ਆ, ਲੋਕਾਂ ਨੂੰ ਪਤਾ ਕਿਹਨੇ ਕੀਤਾ, ਤੇ ਉਹ ਕੈਪਟਨ ਸਾਹਿਬ ਦੇ ਮੂੰਹੋਂ ਸੁਣਨਾ ਚਾਹੁੰਦੇ ਆ ਵੀ ਆਹ ਬੰਦੇ ਨੇ ਜਿਨ੍ਹਾਂ ਨੇ ਸਾਡੇ ਗੁਰੂ ਨਾਲ ਬੇਅਦਬੀ ਕੀਤੀ ਆ। ਸਰ ਤੁਸੀਂ ਪਹਿਲਾਂ ਹੀ ਫੈਸਲਾ ਕਰ ਲਿਆ ਇਹਨਾਂ ਨੇ ਕੀਤਾ ਹੈਗਾ, ਇਹੋ ਤੇ ਕੋਰਟ ਦਾ ਕਹਿਣਾ ਹੈ ਕਿ ਤੁਸੀਂ ਪਹਿਲਾਂ ਫੈਸਲਾ ਕਰਕੇ ਫਿਰ SIT ਘੁਮਾ ਕੇ ਉਸ ਨਹੀਂ, ਸਾਡੇ ਪ੍ਰੂਫ ਨੇ ਸਾਰੇ ਪਹਿਲਾਂ। ਇਹ ਗੱਲ ਕਿੱਥੋਂ ਚੱਲੀ, ਕਿਉਂ ਚੱਲੀ? ਐਵੇਂ ਤਾਂ ਕੋਈ ਗੱਲ ਕਿਤੇ ਕਦੇ ਚੱਲਦੀ ਹੋਈ ਨਹੀਂ ਗੀ। ਤੇ ਉਹਨਾਂ ਦੀ ਦੇਖੋ ਇੱਕ ਗੱਲ ਮੈਨੂੰ ਸਮਝੋ, ਇਹ ਕੜੀ ਬਾਬੇ ਤੋਂ ਜੋੜੋ, ਬਾਬਾ ਤਾਂ ਕਹਿੰਦੇ ਵੀ ਨਹੀਂ ਚੰਗਾ ਲੱਗਦਾ। ਕਿਹਨੇ ਮਾਫ ਕੀਤਾ, ਕਿਹਨੇ ਮਾਫ ਕਰਵਾਇਆ, ਉਹਦੀ ਕਿਵੇਂ ਐਡੀ ਹਿੰਮਤ ਪਈ, ਕਿਵੇਂ ਉਹਦੇ ਬੰਦੇ ਆ ਜਿਹੜੇ ਉਹ ਪੋਸਟਰ ਲਾ ਜਾਂਦੇ ਆ ਵੀ ਅਸੀਂ ਆਹ ਦਿਨ ਗੁਰੂ ਦੀ ਬੇਅਦਬੀ ਕਰਾਂਗੇ, ਤੇ ਦੋਸ਼ੀ ਕੌਣ, ਸਰਕਾਰ ਕੌਣ ਸੀ? ਫਿਰ ਤੁਸੀਂ ਮੈਨੂੰ ਦੱਸੋ ਨਾ। ਬਾਕੀ ਸਾਰੀ ਗੱਲ ਛੱਡ ਦਿਓ, ਬਾਕੀ ਸਭ ਭੁੱਲ ਜਾਓ। ਜਦੋਂ ਉਹ ਬਿੱਟੂ ਨਾਂ ਦਾ ਜਿਹੜਾ ਵੀ ਉਹਨਾਂ ਦਾ ਕੋਈ ਬੰਦਾ ਸੀ, ਉਹ ਮੋਟਰਸਾਈਕਲ ਤੇ ਫਿਰ ਕੇ ਉੱਥੇ ਉਹ ਪੋਸਟਰ ਲਾ ਕੇ ਜਾਂਦਾ ਵੀ ਭਾਈ ਆਹ ਵਜੇ ਇੰਨੇ ਵਜੇ ਅਸੀਂ ਬੇਅਦਬੀ ਕਰਾਂਗੇ, ਤੇ ਉਸ ਵੇਲੇ ਐਡਮਿਨਿਸਟ੍ਰੇਸ਼ਨ ਕਿੱਥੇ ਸੁੱਤਾ ਪਿਆ ਸੀ, ਤੇ ਕਿਹਦੀ ਨਲਾਇਕੀ ਮੰਨਾਂਗੇ? ਚਲੋ ਬਾਕੀ ਸਾਰੀਆਂ ਗੱਲਾਂ ਤੇ ਛੱਡ ਦਿਓ, ਇਹ ਤਾਂ ਹਰ ਜਗ੍ਹਾ ਉਹਨਾਂ ਵੇਲੇ ਵੀ ਆਈ ਨਾ। ਤੇ ਜੋਰਾ ਸਿੰਘ ਲੈ ਕੇ ਖੜਾ ਰਿਹਾ, ਇੱਕ ਚਪੜਾਸੀ ਵੀ ਲੈਣ ਨਹੀਂ ਆਇਆ ਚੀਫ ਸੈਕਟਰੀ, ਤੇ ਛੱਡੋ ਉਹ ਜੋਰਾ ਸਿੰਘ ਕਮਿਸ਼ਨ ਜਿਹੜਾ ਉਹਨਾਂ ਨੇ ਬਣਾਇਆ ਸੀ। ਤੇ ਜਦੋਂ ਉਹ ਕੰਧਾਂ ਤੇ ਪੋਸਟਰ ਲਾ ਗਏ ਵੀ ਅਸੀਂ ਗੁਰੂ ਦੀ ਤੁਹਾਡੇ ਆਦੀ ਆਹ ਦਿਨ ਬੇਅਦਬੀ ਕਰਾਂਗੇ, ਪਹਿਲੀ ਗੱਲ ਇਸ ਤੇ ਆ ਜਾਓ ਵੀ ਉਹਨਾਂ ਨੇ ਜਗ੍ਹਾ ਦੱਸੀ ਵੀ ਇਸ ਗੁਰਦੁਆਰੇ 'ਚ ਕਰਾਂਗੇ, ਉਹੀ ਨਹੀਂ ਰੋਕ ਸਕੇ ਤੇ ਐਡੂ ਵੱਡੇ ਪਾਪੀ, ਐਡੂ ਵੱਡੇ ਦੋਸ਼ੀ ਕੌਣ ਹੋ ਸਕਦੇ ਆ? ਅਗਲੀ ਤਾਂ ਚਲੋ ਗੱਲਾਂ ਹੀ ਛੱਡ ਦਿਓ ਸਾਰੀਆਂ, ਉਹਦੀ ਸਜ਼ਾ ਹੈ ਕਿ ਨਹੀਂ ਕੋਈ? ਇਸ ਕਰਕੇ ਜੇ ਫਿਰ ਗੁਰੂ ਦੇ ਭਾਈ, ਹੁਣ ਇਹ ਤਾਂ ਹੁਣ ਮੈਂ ਐਡੂ ਵੱਡੀ ਤਾਂ ਗੱਲ ਹੁਣ ਆਪਣੇ ਆਪ ਇਹਨੂੰ ਜਿਹੜੀ ਤੁਸੀਂ ਕਹਿੰਦੇ ਹੋ ਵੀ ਆਪਣੇ ਆਪ, ਇਹ ਤਾਂ ਕੜੀ ਨਾਲ ਕੜੀ ਜੁੜ ਰਹੀ ਆ। ਬਾਬੇ ਨੂੰ ਮਾਫ ਕਰਨਾ, ਬਾਬੇ ਦੇ ਬੰਦਿਆਂ ਨੇ ਕਹਿਣਾ, ਕੜੀ ਇੱਥੇ ਵੀ ਜੁੜਦੀ ਹੈ ਕਿ ਇਹ ਅਪਰਾਧ ਹੋਇਆ ਸੀ, ਇਹ ਗੁਨਾਹ ਹੋਇਆ ਸੀ, ਇਹ ਲੋਕ ਮਾਰੇ ਗਏ, ਇਸ ਪੁਲਿਸ ਦੇ ਹੱਥੋਂ ਹੋਇਆ ਸੀ, ਇਹ SIT ਬਣੀ, ਇਹ ਵਿਧਾਨ ਸਭਾ 'ਚ ਹੋਇਆ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ, ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ। ਫਿਰ ਕਿੰਨੀਆਂ ਰਿਪੋਰਟਾਂ ਕਰਨੀਆਂ ਆਪਾਂ ਹੋਰ ਇਕੱਠੀਆਂ? ਫਿਰ ਕਿੰਨੀ ਰੱਦੀ ਕੱਢੀ ਨਲਾਇਕੀ ਕਿਹਦੀ ਹੈ? ਤੇ ਨਲਾਇਕੀ ਤਾਂ ਸਾਡੀ ਉਹ ਮੰਨੀ ਜਾਣੀ ਆ ਜੀ। ਮੈਂ ਤਾਂ ਹੋਰ ਇਹੀ, ਕਿਸੇ ਨੇ ਤੁਸੀਂ ਸਜ਼ਾ ਦਿਓ ਨਾ ਦਿਓ, ਨਹੀਂ ਦਓਗੇ ਉਹ ਸਾਡੇ ਪੱਲੇ ਕਿਸੇ ਦੇ ਨਹੀਂ ਪੈਣੀ, ਕਿਉਂਕਿ ਅਸੀਂ ਇਹ ਸਰਕਾਰ ਬਣਾਈ ਸੀ, ਇਹ ਕਹਿ ਕੇ ਬਣਾਈ ਸੀ ਵੀ ਅਸੀਂ ਇਸ ਦੋਸ਼ੀਆਂ ਨੂੰ ਫੜਾਂਗੇ। ਫਿਰ ਜੇ ਬਾਦਲ ਨਹੀਂ ਕਿ ਤਾਂ ਕਿਹੜੇ ਦੋਸ਼ੀ ਉਹਨਾਂ ਨੂੰ ਫੜ ਲਓ,
ਕੋਈ ਤਾਂ ਕੁਛ ਤਾਂ ਲਿਆਉਣਾ ਪਊ ਕਿ ਨਹੀਂ, ਲੋਕਾਂ ਦੇ ਮੂਹਰੇ ਲਿਆਉਣਾ ਪਊ। ਜਿਵੇਂ ਤੁਸੀਂ ਕਹਿੰਦੇ ਹੋ ਵੀ ਜਦੋਂ ਅਸੀਂ ਇਹੀ ਕਹਿੰਦੇ ਆ ਨਾ ਵੀ 5 ਸਾਲ ਬਾਅਦ ਭਾਈ ਅਸੀਂ ਲੋਕਾਂ ਦੀ ਕਚਹਿਰੀ ਚ ਆਉਣਾ, ਤੇ ਹੁਣ ਅਸੀਂ ਲੋਕਾਂ ਦੀ ਕਚਹਿਰੀ ਚ ਜਾਣਾ, ਫਿਰ ਠੀਕ ਆ, ਜੇ ਨਹੀਂ ਸਾਤੋਂ ਕੁਛ ਲੋਕ ਸਾਨੂੰ ਇਨਾਮ ਜਿਹੜਾ ਦੇਣਗੇ ਉਹ ਦੇ ਦੇਣਗੇ, ਉਹ ਭਾਈ ਅਸੀਂ ਕਬੂਲ ਕਰ ਲਾਂਗੇ ਝੋਲੀ ਅੱਡ ਕੇ, ਹੋਰ ਤਾਂ ਕੁਛ ਕਰ ਨਹੀਂ ਸਕਦੇ। ਕਈਆਂ ਨੇ ਭੱਜਣਾ, ਹੁਣ ਅਸੀਂ ਉਹਨਾਂ ਚੋਂ ਨਹੀਂ ਗਏ, ਕਈਆਂ ਨੇ ਪ੍ਰੈਸ ਕਾਨਫਰੰਸਾਂ ਕਰਕੇ, ਕਈਆਂ ਨੇ ਇਲਜ਼ਾਮ ਲਾ ਕੇ ਹੁਣ ਛੱਡ ਕੇ ਭੱਜਣਾ, ਇਸ ਕਿਸ਼ਤੀ ਵਿੱਚ ਛਾਲਾਂ ਮਾਰਨੀਆਂ ਹੈ। ਅਸੀਂ ਤਾਂ ਇਸੇ ਕਿਸ਼ਤੀ 'ਚ ਰਹਿਣਾ ਹੈ, ਇਹਨੂੰ ਹੀ ਬਚਾਉਣਾ ਹੈ। ਉਹ ਬਚਾ ਅਸੀਂ ਆਪਣੇ ਲੀਡਰ ਨਾਲ ਗੱਲ ਕਰਕੇ ਇਸੇ ਤਰੀਕੇ ਨਾਲ ਉਹਨਾਂ ਦੇ ਹੱਥ ਪੈਰ ਜੋੜ ਕੇ ਇਹ ਚੀਜ਼ਾਂ ਕਰਵਾਉਣੀਆਂ ਹੈ। ਤੇ ਸਾਨੂੰ ਮਾਣ ਵੀ ਆ, ਹਜੇ ਸਾਡੇ ਕੋਲ 6 ਮਹੀਨੇ ਹੈਗੇ ਆ, ਤੇ ਤਾਂ ਹੀ ਆ ਰੌਲਾ ਪਾਉਣ ਲੱਗੇ ਆ। ਇਹਨੂੰ ਮਾੜਾ ਵੀ ਸਮਝਣਗੇ, ਇਹ ਵੀ ਕਹਿਣਗੇ ਵੀ ਪਾਰਟੀ ਤੇ ਪਲੇਟਫਾਰਮ ਤੋਂ ਬਾਹਰ ਕਿਉਂ ਬਿੱਟੂ ਗੱਲ ਕਰ ਰਿਹਾ, ਨਹੀਂ ਕਰ ਰਿਹਾ। ਪਰ ਹੁਣ ਇਹ ਢੋਲ ਵਜਾਉਣਾ ਪੈਣਾ ਇਸ ਵੇਲੇ, ਜਿਹੜੀ ਆ ਉਹ ਕੋਠੇ ਤੇ ਖੜ ਕੇ ਢੋਲ ਵਜਾਉਣਾ ਪੈਣਾ। ਅਸੀਂ ਕੈਪਟਨ ਸਾਹਿਬ ਤੋਂ ਵੱਡੇ ਸਿੱਖ ਨਹੀਂ ਗੇ, ਮੈਂ ਇਹ ਵੀ ਕਹਿਣਾ। ਉਹਨਾਂ ਜਿੱਡੇ ਪੰਜਾਬ ਦੇ ਲਈ ਸ਼ਾਇਦ ਹਤੈਸ਼ੀ ਵੀ ਨਹੀਂ ਹੋ ਸਕਦੇ ਜਿੱਡੇ ਉਹ ਹਤੈਸ਼ੀ ਨੇ, ਪਰ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਜੇ ਹੁਣ ਨਹੀਂ ਬੋਲਾਂਗੇ ਤੇ ਸ਼ਾਇਦ ਸਾਨੂੰ ਵੀ ਫਿਰ ਉਸ ਗੁਰੂ ਦੀ ਕਚਹਿਰੀ ਚੋਂ ਕਿਤੇ ਮਾਫੀ ਨਹੀਂ ਮਿਲਣੀ। ਸੋ ਤੁਹਾਡੀ ਗੱਲ ਸਹੀ ਹੈ ਕਿ ਵੀ ਬਾਕੀ ਮੁੱਦੇ ਅਲੱਗ ਨੇ, ਉਹ ਸਿਆਸਤ ਦੇ ਨੇ, ਗਵਰਨੈਂਸ ਦੇ ਨੇ, ਪਰ ਜਿਹੜਾ ਇਹ ਇਮੋਸ਼ਨਲ ਮੁੱਦਾ ਹੈ ਇਹਦਾ ਹੱਲ ਜ਼ਰੂਰ ਨਿਕਲਣਾ ਚਾਹੀਦਾ ਹੈ। ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜਾ ਢੋਲ ਵਜਾ ਰਹੇ ਹੋ ਸਹੀ ਜਗ੍ਹਾ ਸੁਣਿਆ ਜਾਏ। ਅਸੀਂ ਆਪਣਾ ਫਰਜ਼ ਨਿਭਾਵਾਂਗੇ ਤੇ ਲੋਕਾਂ ਦਾ ਦਰਦ ਜ਼ਰੂਰ ਸਾਹਮਣੇ ਲੈ ਕੇ ਆਵਾਂਗੇ ਕਿ ਲੋਕ ਵੀ ਬਹੁਤ ਨਿਰਾਸ਼ ਨੇ। ਨਹੀਂ ਤੁਹਾਡਾ ਮੈਂ ਐਵੇਂ ਕਹਾਂ, ਇਹ ਨਹੀਂ ਮੈਂ ਤੁਹਾਡੇ ਮੂਹਰੇ ਤਾਰੀਫ ਕਰ ਰਿਹਾ। ਤੁਸੀਂ ਆ ਪਿੱਛੇ ਜੋ ਇੰਟਰਵਿਊਆਂ ਕੀਤੀਆਂ ਜਾਂ ਪਹਿਲਾਂ ਵੀ ਤੁਹਾਡੇ ਪਿਤਾ ਜੀ, ਜਾਂ ਮੈਂ ਤਾਂ ਇੱਥੇ MP ਰਿਹਾ ਹਾਂ, ਕਿਸ ਤਰੀਕੇ ਨਾਲ ਉਹ ਹਮੇਸ਼ਾ ਸਿੱਖੀ ਦੀ ਗੱਲ ਕੀਤੀ ਆ, ਪੰਜਾਬ ਦੀ ਗੱਲ ਕੀਤੀ ਆ। ਇਸ ਕਰਕੇ ਤਾਂ ਹੀ ਮੈਂ ਤੁਹਾਡੇ ਮੰਚ ਤੇ ਆ ਕੇ ਤੁਹਾਡੇ ਨਾਲ, ਮੈਂ ਸ਼ਾਇਦ ਜੇ ਕਿਤੇ ਹੋਰ ਜਾਂਦਾ ਨਾ ਖੁੱਲ ਕੇ ਗੱਲ ਨਹੀਂ ਕਰਦਾ, ਪਰ ਜਿੱਥੇ ਕੋਈ ਦਰਦ ਦੇਖਦੇ ਆ ਤਾਂ ਮੇਰੇ 'ਚ 100 ਕਮੀਆਂ ਹੈ। ਮੈਂ ਕਿਹੜਾ ਕੋਈ ਬਹੁਤ ਦੁੱਧ ਦਾ ਧੋਤਾ ਹੈ, ਪਰ ਇਸ ਵੇਲੇ ਆਹ ਸਥਿਤੀ ਆ ਜਿਹੜੀ ਵੀ ਨਹੀਂ, ਗੁਰੂ ਦੇ ਘਰ ਕਿਸੇ ਨੂੰ ਮਾਫੀ ਨਹੀਂ ਮਿਲਣੀ। ਅਸੀਂ ਵੀ ਉਹ ਮੈਨੀਫੈਸਟੋ ਲਿਖਣ ਵਾਲੀ ਕਮੇਟੀ ਦੇ ਵਿੱਚ ਸੀ, ਮੈਂ ਆਪ ਮੈਂਬਰ ਸੀ ਉਸ ਮੈਨੀਫੈਸਟੋ ਕਮੇਟੀ ਦਾ। ਇਸ ਕਰਕੇ ਗੱਲਾਂ ਨਹੀਂ ਕਰਾਂਗੇ ਤਾਂ ਅਸੀਂ ਵੀ ਦੋਸ਼ੀ ਹਾਂ। ਜੀ ਬਿਲਕੁਲ। ਅੱਜ ਲੋਕਾਂ ਦੀ ਕਚਹਿਰੀ ਵਿੱਚ ਜ਼ਰੂਰ ਦੋਸ਼ੀ ਕਰਾਰ ਕੀਤਾ ਜਾ ਰਿਹਾ। ਕਾਂਗਰਸ ਤੇ ਉਨਾ ਹੀ ਇਲਜ਼ਾਮ ਲਗਾਇਆ ਜਾ ਰਿਹਾ ਜਿੰਨਾ ਕਿਸ ਵਕਤ ਅਕਾਲੀ ਦਲ ਤੇ ਸੀ। ਸੋ ਉਮੀਦ ਕਰਦੇ ਹਾਂ ਆਵਾਜ਼ਾਂ ਸੁਣੀਆਂ ਜਾਣਗੀਆਂ ਤੇ ਨਿਆਂ ਸਾਹਮਣੇ ਆਏਗਾ। ਇਹ ਇੱਕ ਹੋਰ ਚੋਣ ਦਾ ਮੁੱਦਾ ਨਾ ਬਣੇ, ਉਹ ਸਾਡੀ ਸਭ ਦੀ ਅਰਦਾਸ ਹੋਏਗੀ। ਸਾਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਕੈਪਟਨ ਸਾਹਿਬ।